हाँ जी प्यारे साथियों, सत श्री अकाल साਰਿਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੁਹਾਡਾ ਸਭ ਦਾ ਬਹੁਤ-ਬਹੁਤ ਇੱਕ ਉਲਾਂਭਾ ਅੱਜ ਮੇਰਾ ਤੁਹਾਡੇ ਲਈ ਉਹ ਇਹ ਆ, ਵੇਖੋ ਜੇ ਮੈਂ ਮੰਨ ਕੇ ਚੱਲਾਂ ਵੀ ਮੇਰੇ ਚੈਨਲ ਤੇ 600 ਪਲੱਸ ਬੱਚੇ ਹੋ ਚੁੱਕੇ ਆ, ਹਨਾ 600 ਪਲੱਸ ਬੱਚੇ ਜੇ ਹੋ ਚੁੱਕੇ ਆ, ਹਨਾ ਇਹਨਾਂ ਸਾਰੇ ਬੱਚਿਆਂ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ। ठीक है, सिर्फ अजे 60 प्लस बच्चों ने यानी कि 60 को बच्चों ने अजे टैलीग्राम ज्वाइन किया। ਇਹਦਾ मतलब ਇਹ ਆ ਵੀ ਇਹ ਬੱਚੇ ਮੇਰੀਆਂ ਕਲਾਸਾਂ ਦੇਖਣ ਤੋਂ ਬਾਅਦ ਮੇਰੇ ਟੈਲੀਗ੍ਰਾਮ ਤੇ ਵੀ ਆਏ, ਇਹਨਾਂ ਨੂੰ ਕੰਟੈਂਟ ਲੱਗਾ ਵਧੀਆ, ਇਸੇ ਹੀ ਕਰਕੇ ਇਹਨਾਂ ਨੇ ਟੈਲੀਗ੍ਰਾਮ ਵੀ ਜੁਆਇਨ ਕਰ ਲਿਆ। ਪਰ ਅਫਸੋਸ ਦੀ ਗੱਲ ਇਹ ਆ ਕਿ ਮੈਂ ਕੰਟੈਂਟ ਕਰਵਾ ਰਹੀ ਆ NCERT ਦਾ ਤੇ SCERT ਦਾ ਐਨਾਲਿਸਿਸ ਕਰਕੇ SST ਏਡੀ ਘੈਂਟ ਤਰੀਕੇ ਦੇ ਨਾਲ ਮੈਂ ਕਰਵਾ ਰਹੀ ਆ। कोई भी वीडियो इदां दी नहीं आ जिदे ते 60 प्लस लाइक टप्पे होण, 60 तक भी लाइक गए होण। ਇਹਦਾ मतलब ਇਹ ਆ ਵੀ ਜਿਹੜੇ ਟੈਲੀਗ੍ਰਾਮ ਤੇ ਵੀ ਬੱਚੇ ਮੇਰੇ ਨਾਲ ਜੁੜੇ ਆ, ਜਿਨ੍ਹਾਂ ਨੂੰ ਮੈਂ ਥਿਊਰੀ ਵੀ ਪ੍ਰੋਵਾਈਡ ਕਰ ਰਹੀ ਆ, ਉਹਨਾਂ ਨੇ ਉਹ ਵੀ ਸਪੋਰਟ ਨਹੀਂ ਕਰਦੇ। मतलब ਵੇਖੋ ਇੱਕ ਚੀਜ਼ ਇਹ ਆ, ਮੈਂ ਕਹਿਣ ਦੀ ਤੁਹਾਨੂੰ ਇੱਥੇ ਕੋਸ਼ਿਸ਼ ਕਰੂੰਗੀ, ਜਿੱਥੇ ਅਸੀਂ 8-8 9-9 ਹਜ਼ਾਰ ਫੀਸ ਦਿੰਨੇ ਆ, ਜਿੱਥੇ ਸਾਨੂੰ ਬਦਲੇ ਦੇ ਵਿੱਚ ਕੁਝ ਇੰਨਾ ਜ਼ਿਆਦਾ ਵਧੀਆ ਕੰਟੈਂਟ ਵੀ ਨਹੀਂ ਮਿਲਦਾ, ਜਿੱਥੋਂ ਉਹਨਾਂ ਦੇ ਕਰਾਏ ਵਿੱਚ ਪੇਪਰ ਵੀ ਕੁਝ ਜ਼ਿਆਦਾ ਨਹੀਂ ਆਉਂਦਾ, ਜਿੱਥੇ ਬਹੁਤ ਜ਼ਿਆਦਾ ਝੂਠ ਤੂਫਾਨ ਬੋਲਿਆ ਜਾਂਦਾ ਵਾ, ਉੱਥੇ ਤੁਸੀਂ ਭੱਜ ਕੇ ਲਾਈਕ ਕਰਦੇ ਆ। ਤੇ ਜਿਹੜਾ ਬੰਦਾ ਇੰਨੀ ਜ਼ਿਆਦਾ ਮਿਹਨਤ ਕਰ ਰਿਹਾ ਵਾ ਉੱਥੇ ਤੁਸੀਂ ਲਾਈਕ ਨਹੀਂ ਕਰਦੇ, ਤੇ ਬਦਲੇ ਵਿੱਚ ਤੁਸੀਂ ਕੰਟੈਂਟ ਇੰਨਾ ਸੋਹਣਾ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਂਦਾ ਕਿ ਤੁਸੀਂ ਇੱਕ ਲਾਈਕ ਨਹੀਂ ਕਰ ਸਕਦੇ। ਵੀ ਤੁਹਾਡੇ ਵਿੱਚ ਇੰਨੀ ਜਿੰਨੀ ਇਨਸਾਨੀਅਤ ਨਹੀਂ ਹੈਗੀ। मैं बड़ी हैरान हुन्नी आ भी चलो ਜਿਹੜੇ ਬੱਚੇ जिन्होंने ने सबसक्राइब किया मेरा चैनल, ਉਹ तो बड़ी दूर की गल मैं एक्सैप्ट ही नहीं कर सकती यार। 60 बच्चे टैलीग्राम से ਜਿਹੜੇ जुड़े आ ਪਹਿਲਾਂ ਦੇ 60 तक लाइक भी नहीं जाते, किड्डी हैरानगी वाली गल आ, हना की मैं कहां, हना चलो ਤੁਹਾਡੀ ਸੋਚ ਆ ਵੀ ਤੁਸੀਂ ਕੀ ਕਰਨਾ। ਮੇਰੇ ਜੋ ਮਨ ਦੇ ਵਿੱਚ ਗੱਲ ਹੁੰਦੀ ਉਹ ਮੈਂ ਕਹਿ ਦਿੰਦੀ ਹੁੰਦੀ ਆ, ਕਿਉਂਕਿ ਆਪਾਂ ਵਾਂ ਸੱਚੇ ਸੁੱਚੇ ਬੰਦੇ ਤੇ ਆਪਣੇ ਵਿੱਚ ਝੂਠ ਨਹੀਂ ਹੈਗਾ, ਆਪਣੀ ਦਿਲੋਂ ਵੀ ਨੀਤ ਸਾਫ਼ ਹੈ, ਤੇ ਜੋ ਮੇਰੇ ਮਨ 'ਚ ਹੋਵੇ ਉਹ ਮੈਂ ਕਹਿ ਦਿੰਦੀ ਹੁੰਦੀ ਆ। ਤੇ ਇਹ ਬਹੁਤ ਮਾੜੀ ਗੱਲ ਆ ਤੁਹਾਡੇ ਵਾਸਤੇ। ਮੈਂ ਤਾਂ ਕਹਿੰਦੀ ਹੁੰਦੀ ਆ ਜਿਹਨੂੰ ਵਧੀਆ ਲੱਗਦਾ ਵਾ ਮੇਰਾ ਚੈਨਲ, ਵਧੀਆ ਲੱਗਦਾ ਆ ਮੇਰਾ ਕੰਟੈਂਟ, ਲਾਈਕ ਕਰੋ, ਕਮੈਂਟ ਕਰੋ। ਜੇ ਨਹੀਂ ਵਧੀਆ ਲੱਗਦਾ ਤੇ ਉਹ ਤੁਹਾਡੀ ਖੁਸ਼ੀ ਆ। ਪਰ ਕਿੱਡੀ ਹੈਰਾਨਗੀ ਦੀ ਗੱਲ ਆ ਵੀ ਇੱਕ ਸਾਈਡ ਤੁਸੀਂ ਕੰਟੈਂਟ ਵੀ ਵਧੀਆ ਤੁਹਾਨੂੰ ਪਤਾ ਤੁਹਾਨੂੰ ਮਿਲ ਰਿਹਾ ਤੇ ਲਾਈਕ ਨਹੀਂ ਕਰਦੇ। ਪਤਾ ਨਹੀਂ ਲਾਈਕ ਕਰਨ ਦੇ ਕੀ ਪੈਸੇ ਲੱਗਦੇ ਆ। ਠੀਕ ਹੈ, ਚਲੋ ਹੁਣ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿਵੇਂ ਕਰਨਾ ਵਾ। ਮੈਂ ਜੋ ਆਪਣਾ ਕੰਮ ਆਰੰਭਿਆ ਵਾ ਪੂਰੀ ਹਾਰਡ ਵਰਕਿੰਗ ਦੇ ਨਾਲ, ਮਿਹਨਤ ਦੇ ਨਾਲ ਮੈਂ ਆਪਣਾ ਕੰਮ ਕਰੀ ਹੀ ਜਾਣਾ ਵਾ। ਠੀਕ ਹੈ, ਤੇ ਜਿਹੜਾ ਬੰਦਾ ਮਿਹਨਤ ਕਰਦਾ ਵਾ ਉਹਨੂੰ ਉਸ ਚੀਜ਼ ਦਾ ਫਲ ਜ਼ਰੂਰ ਮਿਲਦਾ। ਜੇਕਰ ਤੁਸੀਂ ਮਿਹਨਤ ਕਰਕੇ ਮੇਰੀਆਂ ਸਾਰੀਆਂ ਵੀਡੀਓ ਦੇਖਦੇ ਹੋ ਬੈਠ ਕੇ, ਮੂਰੇ ਹਰ ਇੱਕ ਚੀਜ਼, ਜਾਂ ਜੇ ਤੁਹਾਡੇ ਕੋਲ ਵੀ NCERT ਹੈਗੀ ਆ, ਮੂਰੇ ਬੁੱਕਸ ਖੋਲ ਕੇ ਆਪਣਾ ਤੁਸੀਂ ਪੂਰਾ ਕੰਸਨਟਰੇਟ ਕਰਦੇ ਹੋ ਤੇ ਤੁਹਾਡੀ ਮਿਹਨਤ ਆ। ਹਰ ਇੱਕ ਬੰਦਾ ਆਪੋ ਆਪਣੀ ਮਿਹਨਤ ਤੇ ਜਿਹੜਾ ਵਾ ਖਰਾ ਉਤਰਦਾ ਵਾ। ਜਿਹੜਾ ਬੰਦਾ ਮਿਹਨਤ ਕਰਦਾ ਤੇ ਉਹਨੂੰ ਉਸ ਚੀਜ਼ ਦਾ ਫਲ ਵੀ ਮਿਲਦਾ ਵਾ। ਪਰ ਇਹ ਚੀਜ਼ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਗਲਤ ਆ। ਤੁਹਾਡੇ ਵਿੱਚ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਹੈਗੀ, ਹਨਾ। ਚਲੋ ਅੱਜ ਆਪਾਂ ਕਰਨਾ ਵਾ 8ਵੀਂ ਕਲਾਸ ਦੀ ਜਿਹੜੀ ਆਪਾਂ ਜਿਓਗ੍ਰਾਫੀ ਕਰਦੇ ਪਏ ਆ, ਉਹਦੇ ਆਪਾਂ 2 ਚੈਪਟਰ ਕਰ ਚੁੱਕੇ ਆ ਤੇ ਅੱਜ ਆਪਾਂ ਆਪਣਾ ਤੀਜੇ ਚੈਪਟਰ ਤੇ ਪਹੁੰਚ ਚੁੱਕੇ ਆ। ਤੀਜਾ ਚੈਪਟਰ ਹੈਗਾ ਵਾ ਖੇਤੀਬਾੜੀ, ਐਗਰੀਕਲਚਰ ਤੇ NCERT ਦੇ ਵਿੱਚ ਕ੍ਰਿਸ਼ੀ, ਤੀਜਾ ਚੈਪਟਰ। ਹੁਣ ਬੋਲਣ ਦੇ ਵਿੱਚ ਤੁਹਾਨੂੰ ਲੱਗੂਗਾ ਵੀ ਲੈ ਖੇਤੀਬਾੜੀ ਚੈਪਟਰ ਆ ਬੜਾ ਸੌਖਾ, ਪਰ ਇਹਦੇ ਵਿੱਚ ਐਦਾਂ ਦੇ ਪੁਆਇੰਟਸ ਆ ਜਿਹੜੇ ਕਿ ਸਾਨੂੰ ਪੇਪਰਾਂ ਦੇ ਵਿੱਚ ਬਹੁਤ, ਐਗਰੀਕਲਚਰ ਚੋਂ ਸਾਨੂੰ ਬਹੁਤ ਕੁਐਸਚਨ ਆਉਂਦੇ, ਜਿਓਗ੍ਰਾਫੀ ਦੇ ਵਿੱਚ, PS ਟੈਟ ਵਿੱਚ ਪੇਪਰ। ਇਹ ਮੈਂ ਜਿਹੜੀ ਜਿਓਗ੍ਰਾਫੀ ਕਰਵਾ ਰਹੀ ਆ ਪੇਪਰ 1 ETT ਵਾਲੀਆਂ ਕੁੜੀਆਂ ਕਮੈਂਟ ਕਰਦੀਆਂ, ਬੇਟਾ ਜੀ ਜਿਹੜਾ ETT ਵਾਲੇ ਆ ਜਿਨ੍ਹਾਂ ਨੇ ਪੇਪਰ 1 ਦੇਣਾ ਵਾ, ਜਿਓਗ੍ਰਾਫੀ ਦੀਆਂ ਕਲਾਸਾਂ ਤੁਸੀਂ ਦੇਖਿਆ ਕਰੋ ਮੇਰੀਆਂ, ਕਿਉਂਕਿ ਤੁਹਾਡਾ EVS ਜਿਹੜਾ ਪਾਰਟ ਆ ਉਹਦੇ ਵਿੱਚ ਬਹੁਤ ਸਾਰਾ ਜਿਓਗ੍ਰਾਫੀ ਦਾ ਕੰਟੈਂਟ ਤੁਹਾਡਾ ਸੇਮ ਹੀ ਹੋ ਜਾਂਦਾ ਵਾ। ਸੋ ਜਿਹੜਾ ਸਾਡਾ ਖੇਤੀਬਾੜੀ ਵਾਲਾ ਚੈਪਟਰ ਮੋਸਟ ਇੰਪੋਰਟੈਂਟ ਆ, ਮੈਂ ਦੋਨੋਂ ਹੀ ਬੁੱਕਸ ਤੋਂ ਕਰਵਾਉਣਾ ਐਨਾਲਿਸਿਸ ਕਰਕੇ, ਤੇ ਨਾਲ ਦੀ ਨਾਲ ਆਪਾਂ ਦੇਖਣਾ ਵੀ ਕਿਹੜੀ ਚੀਜ਼ ਇੱਥੇ ਇਹਨਾਂ ਨੇ ਐਕਸਟਰਾ ਦਿੱਤੀ ਆ ਐਗਰੀਕਲਚਰ ਬਾਰੇ,
ਕਿਹੜੀ ਚੀਜ਼ ਇੱਥੇ ਨਹੀਂ ਹੈਗੀ ਤੇ ਦੋਨਾਂ ਦੇ ਵਿੱਚ ਫਰਕ ਕੀ ਆ। ਠੀਕ ਆ। ਸੋ ਆਪਾਂ ਮੰਨ ਕੇ ਚੱਲੋ ਵੀ ਆਪਾਂ NCERT ਤੇ SCERT ਦੇ ਵਿੱਚ ਜਿਹੜਾ ਖੇਤੀਬਾੜੀ ਦਾ ਇਹਨਾਂ ਨੇ ਚੈਪਟਰ ਦਿੱਤਾ ਵਾ 8th ਕਲਾਸ ਦੀ ਜਿਓਗ੍ਰਾਫੀ ਦੇ ਵਿੱਚ, ਇਹਦਾ ਆਪਾਂ ਪੂਰਾ ਦਾ ਪੂਰਾ ਐਨਾਲਿਸਿਸ ਕਰਨਾ ਏ। ਠੀਕ ਆ। ਹੁਣ ਇਹਦੇ ਵਿੱਚ ਜਦੋਂ NCERT ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਇਹਨਾਂ ਨੇ 3 ਤਰ੍ਹਾਂ ਦੇ ਸੋਰਸ ਦੱਸੇ ਆ। ਇੱਕ ਇਹਨਾਂ ਨੇ ਸੋਰਸ ਦਿੱਤੇ ਆ, ਸਭ ਤੋਂ ਪਹਿਲਾਂ ਇਹ ਕਹਿੰਦੇ ਆ ਖੇਤੀਬਾੜੀ ਦੇ ਪ੍ਰਾਇਮਰੀ ਸੋਰਸ। ਠੀਕ ਹੈ, ਖੇਤੀਬਾੜੀ ਦੇ ਪ੍ਰਾਇਮਰੀ ਸੋਰਸ। ਠੀਕ ਹੈ, ਜਿਹਨੂੰ ਇਹਨਾਂ ਨੇ NCERT ਦੇ ਵਿੱਚ ਪ੍ਰਾਥਮਿਕ ਸਰੋਤ ਲਿਖਿਆ ਵਾ। ਠੀਕ ਹੈ, ਇਸ ਤਰੀਕੇ ਦੇ ਨਾਲ ਮੈਂ ਲਿਖੂੰਗੀ ਵੀ ਨਾਲ ਤੇ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਵਾਕਿਆ ਹੀ ਟਰਾਂਸਲੇਟ ਕਰਕੇ ਤੇ ਇਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਕੰਟੈਂਟ ਲਿਆਂਦਾ ਜਾਂਦਾ ਵਾ। ਠੀਕ ਆ। ਫਿਰ ਇਹਨਾਂ ਨੇ ਦੂਜੇ ਸੋਰਸ ਦਿੱਤੇ ਆ ਸੈਕੰਡਰੀ ਸਰੋਤ। ਠੀਕ ਆ। ਹੁਣ ਤੁਸੀਂ ਸੋਚੋਗੇ ਵੀ ਇਹ ਸੋਰਸ ਅਸੀਂ ਅੱਜ ਤੱਕ ਖੇਤੀਬਾੜੀ ਦੇ ਤੇ ਕੋਈ ਸੋਰਸ ਨਹੀਂ ਪੜ੍ਹੇ, ਖੇਤੀਬਾੜੀ ਦੇ ਕਿਹੜੇ ਸੋਰਸ ਆ। ਹੁਣ ਇਹਨਾਂ ਨੂੰ ਇਹਨਾਂ ਨੇ ਇਸ ਤਰੀਕੇ ਦੇ ਨਾਲ ਲਿਖਿਆ ਵਾ ਦਿੱਤਿਕ ਸਰੋਤ। ਦਿੱਤਿਕ ਸਰੋਤ। ਠੀਕ ਆ। ਇਹਨਾਂ ਨੂੰ ਮੈਂ ਪੰਜਾਬੀ ਦਿੱਤਿਕ ਸਰੋਤ ਜਿਹੜੇ ਯਾਨੀ ਕਿ ਸੈਕੰਡਰੀ ਸੋਰਸ ਇਹਨਾਂ ਦੀ ਪੰਜਾਬੀ ਬਣਦੀ ਆ। ਠੀਕ ਆ। ਉਸ ਤੋਂ ਬਾਅਦ ਤੀਜੇ ਸਰੋਤ ਇਹਨਾਂ ਨੇ ਲਿਖੇ ਆ ਟੈਰੀਟਰੀ ਸਰੋਤ। ਠੀਕ ਆ। ਟੈਰੀਟਰੀ ਸੋਰਸ। ਟੈਰੀਟਰੀ ਸਰੋਤ ਇਹਨਾਂ ਨੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ ਵਾ ਤ੍ਰਿਤਿਕ ਸਰੋਤ। ਇਸ ਤਰੀਕੇ ਦੇ ਨਾਲ। ਠੀਕ ਹੈ, ਇਹ ਸ਼ਬਦ ਮੇਰਾ ਹਿੰਦੀ ਦੇ ਨਾਲ ਵੈਸੇ ਆਪਣਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਆਪਾਂ PSTET ਦੇਣਾ। ਠੀਕ ਆ। ਤੇ ਪਰ ਇਹ ਸ਼ਬਦ ਮੈਂ ਤਾਂ ਲਿਖੇ ਆ ਵੀ ਕਿਤੇ ਨਾ ਕਿਤੇ CTET ਵੀ ਜੇ ਤੁਸੀਂ ਹੁਣ ਅਗਲੇ CTET ਦੀ ਤਿਆਰੀ ਕਰ ਰਹੇ ਆ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਵਾ ਸ਼ਬਦ ਜਿਹੜੇ ਉਹ ਕਲੀਅਰ ਹੁੰਦੇ ਰਹਿਣ ਵੀ ਕੋਈ ਪਤਾ ਨਹੀਂ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸ਼ਬਦ ਸਾਡੇ ਸਾਹਮਣੇ ਪੇਸ਼ ਕਰ ਦੇਣੇ ਆ। ਸੋ ਹਿੰਦੀ ਦੇ ਵਿੱਚ ਇਹਨਾਂ ਨੇ ਇਹ ਵਾਲੇ ਸ਼ਬਦ ਯੂਜ਼ ਕੀਤੇ ਆ। ਹੁਣ ਮੈਂ ਤੁਹਾਨੂੰ ਦੱਸੂਗੀ ਵੀ ਇਹ ਜਿਹੜੇ ਪ੍ਰਾਇਮਰੀ ਸੋਰਸ ਆ ਐਗਰੀਕਲਚਰ ਦੇ, ਖੇਤੀਬਾੜੀ ਦੇ, ਇਹ ਕਿਹੜੇ ਸੋਰਸ ਆ। ਆਖਰ ਇਹਨਾਂ ਤਿੰਨਾਂ ਦੇ ਵਿੱਚ ਕੀ ਫਰਕ ਆ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਆ, ਖੇਤੀਬਾੜੀ ਦੀ ਗੱਲ ਕਰਦੇ ਆ ਤੇ NCERT ਦੇ ਵਿੱਚ ਖਾਸੀਅਤ ਇਹ ਆ ਵੀ ਇਹਨਾਂ ਨੇ ਹਰ ਇੱਕ ਸ਼ਬਦ ਦਾ ਦੱਸਿਆ ਹੁੰਦਾ ਵਾ ਕਿਹੜਾ ਸ਼ਬਦ ਕਿੱਥੋਂ ਲਿਆ ਗਿਆ। ਜਿੱਦਾਂ ਮੈਂ ਤੁਹਾਨੂੰ ਸੁਨਾਮੀ ਦਾ ਦੱਸਿਆ ਸੀਗਾ ਹਨਾ, ਭੂਚਾਲ ਦਾ ਦੱਸਿਆ ਸੀ ਕਿ ਭੂਚਾਲ ਸ਼ਬਦ ਕਿਹੜੀ ਭਾਸ਼ਾ ਦਾ ਵਾ। ਸੋ ਯਾਦ ਰੱਖਿਓ ਜਦੋਂ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਆ ਤਾਂ ਐਗਰੀਕਲਚਰ ਸ਼ਬਦ ਜਿਹੜਾ ਵਾ ਇਹ ਲੈਟਿਨ ਭਾਸ਼ਾ ਦਾ ਸ਼ਬਦ ਆ। ਠੀਕ ਹੈ, ਪੁੱਛਿਆ ਜਾ ਸਕਦਾ ਵਾ ਵੀ ਆ ਤਾਂ ਵੱਖਰੀ ਜੀ ਗੱਲ ਆ, ਨਵੇਕਲੀ ਜੀ ਆ, ਪਰ ਸਾਨੂੰ ਜੇ ਉਹ ਪੁੱਛ ਲੈਣ ਵੀ ਐਗਰੀਕਲਚਰ ਖੇਤੀਬਾੜੀ ਜਾਂ ਐਗਰੀਕਲਚਰ ਕਿਹੜੀ ਭਾਸ਼ਾ ਦਾ ਸ਼ਬਦ ਆ ਤੇ ਉੱਥੇ ਅਸੀਂ ਖੇਤੀਬਾੜੀ ਪ੍ਰਧਾਨ ਸੂਬੇ ਤੋਂ ਅਸੀਂ ਬਿਲੋਂਗ ਕਰਦੇ ਆ ਤੇ ਸਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਐਗਰੀਕਲਚਰ ਸ਼ਬਦ ਜਿਹੜਾ ਕਿਹੜੀ ਭਾਸ਼ਾ ਦਾ ਵਾ। ਸੋ ਲੈਟਿਨ ਭਾਸ਼ਾ ਦਾ ਸ਼ਬਦ ਆ। ਠੀਕ ਹੈ, ਇਹ ਕਿਹੜੇ ਸ਼ਬਦ ਤੋਂ ਨਿਕਲਿਆ ਵਾ? ਐਗਰੀ ਤੋਂ। ਐਗਰੀ ਦਾ ਮਤਲਬ ਆ ਮਿੱਟੀ। ਠੀਕ ਹੈ, ਤੇ ਕਲਚਰ। ਕਲਚਰ ਦਾ ਮਤਲਬ ਕੀ ਆ? ਖੇਤੀਬਾੜੀ ਜਾਂ ਖੇਤੀ ਕਰਨਾ। ਇਹਨਾਂ ਸ਼ਬਦਾਂ ਨੂੰ ਤੁਸੀਂ ਜਿਹੜਾ ਵਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਖੇਤੀਬਾੜੀ ਕਰਨਾ। ਕਲਚਰ ਦਾ ਮਤਲਬ ਕੀ ਆ? ਖੇਤੀਬਾੜੀ ਕਰਨਾ। ਠੀਕ ਆ। ਕੱਲਾ ਐਗਰੀ, ਜੇਕਰ ਤੁਹਾਨੂੰ ਲੈਟਿਨ ਭਾਸ਼ਾ ਸ਼ਬਦ ਦੇ ਕੇ ਇਹ ਵੀ ਕਹਿ ਦਿੰਦੇ ਆ, ਏਦਾਂ ਵੀ ਪੁੱਛਿਆ ਜਾ ਸਕਦਾ ਵਾ ਕਿ ਐਗਰੀਕਲਚਰ ਸ਼ਬਦ ਜੋ ਕਿ ਲੈਟਿਨ ਭਾਸ਼ਾ ਦਾ ਸ਼ਬਦ ਆ ਜੋ ਕਿ ਐਗਰੀ ਤੋਂ ਬਣਿਆ ਹੈ, ਹੇਠਾਂ ਦਿੱਤੀਆਂ ਆਪਸ਼ਨਾਂ ਵਿੱਚੋਂ ਐਗਰੀ ਸ਼ਬਦ ਦਾ ਕੀ ਅਰਥ ਹੈ? ਸੋ ਐਗਰੀ ਸ਼ਬਦ ਦਾ ਮਤਲਬ ਕੀ ਆ? ਮਿੱਟੀ। ਤੇ ਹਿੰਦੀ ਦੇ ਵਿੱਚ ਮਿੱਟੀ ਨੂੰ ਇਹਨਾਂ ਨੇ ਲਿਖਿਆ ਵਾ ਮੁਦਰਾ। ਠੀਕ ਹੈ, ਮਰਦਾ ਸੌਰੀ ਮੁਦਰਾ ਨਹੀਂ, ਮਰਦਾ। ਮਿੱਟੀ ਨੂੰ ਹਿੰਦੀ ਦੇ ਵਿੱਚ ਮਰਦਾ ਕਹਿੰਦੇ ਆ। ਠੀਕ ਹੈ, ਸੋ ਹੁਣ ਆਪਾਂ ਚੱਲਦੇ ਆ। ਠੀਕ ਹੈ, ਮੇਰਾ ਨਾ ਬਹੁਤ ਦਿਨ ਹੋ ਗਏ ਡਸਟਰ ਨਹੀਂ ਲੱਭ ਰਿਹਾ। ਠੀਕ ਆ, ਤੇ ਆ ਹੈਂਕੀ ਆਪਣਾ ਬਹੁਤ ਜਿਹੜਾ ਵਾ ਕੰਮ ਸਵਾਰ ਰਿਹਾ ਵਾ। ਹੱਸੋਗੇ ਹਨਾ ਤੁਸੀਂ, ਤੇ ਚਲੋ ਕੋਈ ਗੱਲ ਨਹੀਂ ਹਨਾ, ਮੈਨੇਜ ਕਰਨਾ ਚਾਹੀਦਾ ਕਿਸੇ ਤਰ੍ਹਾਂ, ਐਡਜਸਟਮੈਂਟ ਜ਼ਰੂਰੀ ਆ ਹਨਾ। ਚਲੋ ਆਪਾਂ ਕੀ ਕਰਦੇ ਆ, ਜਿਹੜੇ ਮੈਂ ਤੁਹਾਨੂੰ ਆ ਸਰੋਤ ਦੱਸੇ ਵੀ NCERT ਦੇ ਵਿੱਚ ਖੇਤੀਬਾੜੀ ਦੇ ਕੁਝ ਸੋਰਸਾਂ ਦੀ ਗੱਲ ਕਰਦੇ ਆ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ
ਸਾਨੂੰ ਪਤਾ ਹੋਣਾ ਚਾਹੀਦਾ ਪ੍ਰਾਥਮਿਕ ਜਾਂ ਪ੍ਰਾਇਮਰੀ ਸੋਰਸ ਜਿਹੜੇ ਆ ਉਹ ਕੀ ਹੁੰਦੇ ਆ। ਠੀਕ ਆ, ਇਹ ਜਿਹੜੇ ਪ੍ਰਾਇਮਰੀ ਸੋਰਸ ਆ ਇਹਨਾਂ ਦਾ ਸੰਬੰਧ ਕਿਹਦੇ ਨਾਲ ਆ? ਕੁਦਰਤੀ ਸਾਧਨਾਂ ਦੇ ਨਾਲ। ਕੁਦਰਤੀ ਸਾਧਨਾਂ ਦੇ ਨਾਲ ਮਤਲਬ ਹੁਣ ਇਨਸਾਨ ਮਨੁੱਖ ਖੇਤੀ ਕਰਦਾ ਵਾ, ਜੇਕਰ ਕੁਦਰਤੀ ਸਾਧਨ ਸਾਡੇ ਕੋਲ ਅਵੇਲੇਬਲ ਆ ਫਿਰ ਹੀ ਖੇਤੀ ਕਰਾਂਗੇ। ਪਾਣੀ ਆ ਕੁਦਰਤੀ ਸਾਧਨ ਆ, ਖੇਤੀਬਾੜੀ ਲਈ ਜ਼ਰੂਰੀ ਆ। ਮਿੱਟੀ ਆ, ਭੂਮੀ ਆ, ਨਦੀਆਂ ਆ, ਝੀਲਾਂ ਆ, ਜਾਨੀ ਕਿ ਜਿਹੜੇ ਖੇਤੀਬਾੜੀ ਕਰਨ ਦੇ ਲਈ ਜਿਹੜੇ ਸਾਨੂੰ ਕੁਦਰਤ ਵੱਲੋਂ ਸੋਰਸ ਮਿਲੇ ਹੋਏ ਆ ਉਹ ਕਿਹਦੇ ਅੰਡਰ ਆਉਂਦੇ ਆ? ਦੈਟ ਇਜ਼ ਪ੍ਰਾਇਮਰੀ ਸੋਰਸ। ਠੀਕ ਆ, ਸਮਝਦੇ ਜਾਇਓ। ਮੇਰੀ ਹਰ ਇੱਕ ਕਹੀ ਹੋਈ ਗੱਲ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਇੰਪੋਰਟੈਂਟ ਹੁੰਦੀ ਆ। ਇੱਕ ਚੀਜ਼ ਹੋਰ, ਮੈਂ ਕਲਾਸਾਂ ਥੋੜੀਆਂ ਲੈਂਥੀ ਕਰ ਦੇਣੀਆਂ ਵਾ। ਠੀਕ ਆ, ਹੁਣ ਕਿਉਂਕਿ ਅਸੀਂ ਹੁਣ PSET ਦੀ ਤਿਆਰੀ ਜੋਰਾਂ ਸ਼ੋਰਾਂ ਦੇ ਨਾਲ ਕਰਨੀ ਆ। ਟੈਲੀਗ੍ਰਾਮ ਤੇ ਕੁਝ ਬੱਚਿਆਂ ਦੇ ਮੈਸੇਜ ਵੀ ਆਏ ਸੀ ਵੀ ਲਓਗੇ ਕਲਾਸਾਂ ਲਓ, ਕੋਈ ਗੱਲ ਨਹੀਂ, ਆਪਾਂ 1-1 ਘੰਟੇ ਦੀ ਕਲਾਸ ਕਰ ਦਿੰਨੇ ਆ। ਠੀਕ ਆ, ਤੇ ਅੱਗੇ ਆ ਜਾਓ ਤੁਸੀਂ ਸੈਕੰਡਰੀ ਸੋਰਸ ਤੇ। ਪ੍ਰਾਇਮਰੀ ਸੋਰਸ ਦਾ ਪਤਾ ਲੱਗ ਗਿਆ ਨਾ ਕੀ ਹੈ? ਜਿਹੜੇ ਵੀ ਕੁਦਰਤੀ ਸਾਧਨ ਸਾਨੂੰ ਖੇਤੀਬਾੜੀ ਕਰਨ ਵਾਸਤੇ ਕੁਦਰਤ ਵੱਲੋਂ ਵਰਦਾਨ ਕਹਿ ਲਓ, ਉਹ ਸਾਰੇ ਪ੍ਰਾਇਮਰੀ ਸੋਰਸ ਦੇ ਵਿੱਚ ਆਉਣਗੇ। ਹੁਣ ਕੀ ਕੀਤਾ ਅਸੀਂ? ਪ੍ਰਾਇਮਰੀ ਸੋਰਸ ਦੀ ਵਰਤੋਂ ਕੀਤੀ। ਵਰਤੋਂ ਕਿਵੇਂ ਕੀਤੀ? ਸਾਡੇ ਕੋਲ ਮਿੱਟੀ ਆ, ਭੂਮੀ ਆ, ਪਾਣੀ ਆ, ਸਭ ਕੁਝ ਆ। ਅਸੀਂ ਅਨਾਜ ਉਗਾ ਲਿਆ। ਅਨਾਜ ਉਗਾ ਲਿਆ, ਮੰਨ ਕੇ ਚੱਲੋ ਅਸੀਂ ਕਣਕ ਬੀਜ ਲਈ। ਕਣਕ ਤੋਂ ਸਾਡੀ ਰੋਟੀ ਤਿਆਰ ਹੋ ਗਈ, ਡਬਲ ਰੋਟੀ ਤਿਆਰ ਹੋ ਗਈ, ਬਿਸਕੁਟ ਤਿਆਰ ਹੋ ਗਏ। ਇਹ ਕੀ ਹੋਣਗੇ? ਸੈਕੰਡਰੀ ਸੋਰਸ। ਠੀਕ ਆ, ਇਹ ਕੀ ਹੋਣਗੇ? ਸੈਕੰਡਰੀ ਸੋਰਸ। ਜਾਨੀ ਕਿ ਪ੍ਰਾਇਮਰੀ ਸੋਰਸ ਨੂੰ ਵਰਤ ਕੇ ਜਿਹੜੇ ਉਸ ਤੋਂ ਅਸੀਂ ਅੱਗੇ ਪ੍ਰੋਡਕਟ ਤਿਆਰ ਕਰ ਲਏ ਉਹ ਕੀ ਹੋਣਗੇ? ਖੇਤੀਬਾੜੀ ਦੇ ਸੈਕੰਡਰੀ ਸੋਰਸ। ਠੀਕ ਆ, ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ ਵਾ। ਠੀਕ ਆ, ਇਹ ਇੱਥੇ ਮੈਂ ਕੱਲੀ ਕਣਕ ਦੀ ਗੱਲ ਨਹੀਂ ਕਰੂੰਗੀ। ਹੁਣ ਮੰਨ ਲਓ ਹੋਰ ਕੀ ਹੋਊਗਾ? ਅਸੀਂ ਪ੍ਰਾਇਮਰੀ ਕੁਦਰਤੀ ਸਾਧਨਾਂ ਨੂੰ ਵਰਤ ਕੇ ਅਸੀਂ ਕੀ ਕੀਤਾ? ਅਸੀਂ ਨੇ ਕਪਾਹ ਬੀਜ ਲਈ। ਅਸੀਂ ਨੇ ਕਪਾਹ ਬੀਜ ਲਈ। ਕੀ ਬੀਜ ਲਈ? ਕਪਾਹ ਬੀਜ ਲਈ। ਕਪਾਹ ਜਦੋਂ ਬੀਜ ਲਈ ਉਹਦੇ ਤੋਂ ਅਸੀਂ ਕੱਪੜਾ ਤਿਆਰ ਕਰ ਲਿਆ, ਹਨਾ। ਉਥੋਂ ਅਸੀਂ ਕੱਪੜਾ, ਹੋਰ ਸੂਤੀ ਕੱਪੜਾ, ਕਿੰਨਾ ਜ਼ਿਆਦਾ ਜਿਹੜਾ ਵਾ ਕੱਪੜੇ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਵੈਰਾਈਟੀਆਂ ਤਿਆਰ ਕਰ ਲਈਆਂ। ਉਹ ਕੀ ਹੋਣਗੀਆਂ? ਸੈਕੰਡਰੀ ਸੋਰਸ। ਸਮਝ ਲੱਗ ਗਈ ਮੈਨੂੰ? ਹੁਣ ਕਨਫਰਮ ਹੋ ਗਿਆ ਇਹ ਚੀਜ਼ ਵੀ ਪ੍ਰਾਇਮਰੀ ਸੋਰਸ ਖੇਤੀਬਾੜੀ ਦੇ ਤੇ ਸੈਕੰਡਰੀ ਸੋਰਸ, ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਨਿੱਕੀ ਜਿੰਨੀ ਕਨਫਿਊਜ਼ਨ ਨਹੀਂ ਰਹੂਗੀ। ਹੁਣ ਆ ਜਾਓ ਟੈਰੀਟਰੀ ਸੋਰਸ। ਟੈਰੀਟਰੀ ਸੋਰਸ ਇਹ ਸਾਨੂੰ ਪੁੱਛੇ ਜਾ ਸਕਦੇ ਆ ਪੇਪਰ ਦੇ ਵਿੱਚ, ਬਹੁਤ ਜ਼ਿਆਦਾ ਸ਼ੋਰਟੀ ਆ ਇਹਨਾਂ ਚੀਜ਼ਾਂ ਦੇ ਵਿੱਚ। ਸੋ ਆਪਾਂ ਕੀ ਗੱਲ ਕਰਦੇ ਆ? ਜਿਹੜੇ ਟੈਰੀਟਰੀ ਸੋਰਸ ਆ ਇਹਦੇ ਵਿੱਚ ਆਊਗਾ ਸਾਡਾ ਯਾਤਾਯਾਤ। ਯਾਤਾਯਾਤ ਪਤਾ ਨਾ, ਟਰਾਂਸਪੋਰਟ। ਠੀਕ ਆ, ਫਿਰ ਇਹਦੇ ਵਿੱਚ ਆਊਗਾ ਸਾਡਾ ਵਪਾਰ, ਬੈਂਕਿੰਗ। ਠੀਕ ਆ, ਇਹ ਜਿਹੜੀਆਂ ਚੀਜ਼ਾਂ ਨਾ, ਯਾਤਾਯਾਤ, ਵਪਾਰ, ਬੈਂਕਿੰਗ। ਠੀਕ ਆ, ਵਿਗਿਆਪਨ। ਵਿਗਿਆਪਨ ਦਾ ਪਤਾ ਨਾ, ਜਿਹੜੇ ਵਿਗਿਆਪਨ ਆਉਂਦੇ ਆ ਟੀਵੀ ਤੇ, ਟੀਵੀ ਚੈਨਲਾਂ ਤੇ, ਅਲੱਗ-ਅਲੱਗ ਸੋਸ਼ਲ ਮੀਡੀਆ ਤੇ। ਠੀਕ ਆ, ਯਾਤਾਯਾਤ, ਵਪਾਰ, ਬੈਂਕਿੰਗ, ਵਿਗਿਆਪਨ ਇਹ ਕਿਹਦੇ ਉਦਾਹਰਨ ਆ? ਟੈਰੀਟਰੀ ਸੋਰਸ ਦੇ। ਟੈਰੀਟਰੀ ਸੋਰਸ ਦੇ ਜਿਹੜੇ ਤ੍ਰੈ ਪੱਖੀ ਹੋਣ। ਠੀਕ ਆ, ਮਤਲਬ 3 ਤਰ੍ਹਾਂ ਦੇ, 3 ਅੱਖਰ ਦੇ ਨਾਲ ਇਹਨੂੰ ਤੁਸੀਂ ਸਮਝ ਲਓ, ਜਿਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੋਣ। ਟੈਰੀਟਰੀ ਸੋਰਸ। ਠੀਕ ਆ, ਜਿੱਦਾਂ ਇਹਨਾਂ ਨੇ ਇੱਥੇ ਹਿੰਦੀ ਦੇ ਵਿੱਚ ਲਿਖਿਆ ਸੀ ਤ੍ਰਿਤਿਕ ਸਰੋਤ। ਤ੍ਰਿਤਿਕ ਸਰੋਤ ਮਤਲਬ ਟੈਰੀਟਰੀ ਸੋਰਸ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖਿਓ। ਤਿੰਨੋਂ ਦੇ ਤਿੰਨੋਂ ਸੋਰਸ ਜਿਹੜੇ ਆ ਐਗਰੀਕਲਚਰ ਸਿਸਟਮ ਜਦੋਂ ਸਾਡਾ ਸਟਾਰਟ ਹੁੰਦਾ ਵਾ, ਸੋ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਸੋਰਸਾਂ ਦਾ ਪਤਾ ਜ਼ਰੂਰ ਹੋਣਾ ਚਾਹੀਦਾ। ਪ੍ਰਾਇਮਰੀ ਸੋਰਸ ਜਿਹੜੇ ਸਾਡੇ ਕੁਦਰਤੀ ਸਾਧਨ ਆਉਂਦੇ ਆ, ਕੁਦਰਤੀ ਸਾਧਨਾਂ ਤੋਂ ਜਿਹੜੇ ਅੱਗੇ ਅਸੀਂ ਪ੍ਰੋਡਕਟ ਤਿਆਰ ਕਰ ਲੈਂਦੇ ਆ, ਦੈਟ ਇਜ਼ ਸੈਕੰਡਰੀ ਸੋਰਸ। ਉਸ ਤੋਂ ਬਾਅਦ ਯਾਤਾਯਾਤ, ਵਪਾਰ, ਬੈਂਕਿੰਗ, ਵਿਗਿਆਪਨ, ਇਹ ਸਾਰਾ ਕੁਝ ਜਿਹੜਾ ਵਾ ਟੈਰੀਟਰੀ ਸੋਰਸ ਦੇ ਅੰਡਰ ਆਉਂਦਾ ਵਾ। ਪਰ ਇਹਦੇ ਉਲਟ ਜਦੋਂ ਅਸੀਂ SCRT ਦੀ ਗੱਲ ਕਰਦੇ ਆ, ਪੰਜਾਬ ਬੋਰਡ ਦੀ ਕਿਤਾਬ ਦੀ ਗੱਲ ਕਰਦੇ ਆ, 8ਵੀਂ ਕਲਾਸ ਦੀ ਜਿਓਗ੍ਰਾਫੀ ਦੇ ਅੰਡਰ,
ਇੱਥੇ ਤਾਂ ਸਾਨੂੰ ਇਹਨਾਂ ਨੇ 3 ਤਰ੍ਹਾਂ ਦੇ ਸੋਰਸ ਦੇਤੇ ਖੇਤੀਬਾੜੀ ਦੇ, ਪਰ ਇੱਥੇ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਇਹਨਾਂ ਨੇ ਸਾਨੂੰ ਕੋਈ ਵੀ ਏਦਾਂ ਦੇ ਸੋਰਸ ਨਹੀਂ ਦਿੱਤੇ। ਇਹਨਾਂ ਨੇ ਫਿਰ ਕੀ ਦਿੱਤਾ ਵਾ ਸਟਾਰਟਿੰਗ 'ਚ, ਇਹਨਾਂ ਨੇ ਸਟਾਰਟਿੰਗ ਦੇ ਵਿੱਚ ਸਾਨੂੰ ਦੇਤਾ 1 ਮਿੰਟ, ਠੀਕ ਹੈ, ਇਹਨਾਂ ਨੇ ਸਾਨੂੰ ਸਟਾਰਟਿੰਗ ਦੇ ਵਿੱਚ ਦੇ ਦਿੱਤਾ 1 ਮਿੰਟ, ਇਹਨਾਂ ਨੇ ਦੇਤੇ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਠੀਕ ਹੈ, ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਕਰਨਾ ਆਪਾਂ ਦੋਨਾਂ ਤੋਂ ਹੀ ਆ, ਠੀਕ ਹੈ। ਇਹਨਾਂ ਨੇ ਸਾਨੂੰ ਦੇਤੇ ਜਿਹੜੀਆਂ ਪੰਜਾਬ ਬੋਰਡ ਦੀ ਕਿਤਾਬ ਆ ਉਹਦੇ ਤੇ ਇਹਨਾਂ ਨੇ ਸਾਨੂੰ ਦੇਤੇ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਠੀਕ ਆ, ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਇੱਥੇ ਇਹ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਆ ਸਾਨੂੰ ਸੋਰਸ ਨਹੀਂ ਦੱਸਦੇ, ਪ੍ਰਭਾਵਿਤ ਕਰਨ ਵਾਲੇ ਤੱਤ ਦੱਸਦੇ ਆ, ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਕਿਹੜੇ-ਕਿਹੜੇ ਤੱਤ ਇਹ ਸਾਨੂੰ ਦੱਸਦੇ ਆ। ਇਹ ਕਹਿੰਦੇ ਆ ਜਲਵਾਯੂ, ਯਾਨੀ ਕਿ ਕਲਾਈਮੇਟ, ਜਲਵਾਯੂ, ਠੀਕ ਆ। ਫਿਰ ਇਹ ਕਹਿੰਦੇ ਆ ਧਰਾਤਲ, ਜਲਵਾਯੂ, ਧਰਾਤਲ। ਫਿਰ ਇਹ ਕਹਿੰਦੇ ਆ ਮਿੱਟੀ ਦੀ ਕਿਸਮ, ਸਿੰਚਾਈ ਸਹੂਲਤਾਂ, ਮਿੱਟੀ ਦੀ ਕਿਸਮ। ਫਿਰ ਇਹ ਕਹਿੰਦੇ ਆ ਸਿੰਚਾਈ ਦੀਆਂ ਸਹੂਲਤਾਂ, ਠੀਕ ਆ। ਕਹਿੰਦੇ ਇਹ ਤੱਤ ਜਿਹੜੇ ਆ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਆ। ਫਿਰ ਇਹ ਕਹਿੰਦੇ ਆ ਖੇਤੀ ਕਰਨ ਦੇ ਢੰਗ ਕਿੱਦਾਂ ਦੇ ਆ, ਉੱਥੇ ਕੋਈ ਕਿਸੇ ਵੀ ਇਲਾਕੇ ਦੇ ਵਿੱਚ ਖੇਤੀਬਾੜੀ ਲਈ ਜਲਵਾਯੂ ਕਿੱਦਾਂ ਦੀ, ਉੱਥੇ ਧਰਾਤਲ ਕਿੱਦਾਂ ਦਾ ਵਾ, ਉੱਥੇ ਮਿੱਟੀ ਦੀ ਕਿਸਮ ਕਿੱਦਾਂ ਦੀ ਆ, ਉੱਥੇ ਸਿੰਚਾਈ ਲਈ ਕਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਵਾ, ਖੇਤੀਬਾੜੀ ਦੇ ਢੰਗ ਕਿਹੋ ਜਿਹੇ ਆ, ਉੱਥੋਂ ਦਾ ਜਿਹੜਾ ਮੰਡੀਕਰਨ ਸਿਸਟਮ ਆ ਉਹ ਕਿੱਦਾਂ ਦਾ ਵਾ, ਠੀਕ ਆ। ਦੇਖਦੇ ਆਪਾਂ ਕੋਈ ਪੁਆਇੰਟ ਆਪਣਾ ਛੁੱਟ ਨਾ ਜਾਵੇ। ਫਿਰ ਇਹ ਕਹਿੰਦੇ ਆ ਆਵਾਜਾਈ ਦੀਆਂ ਸਹੂਲਤਾਂ, ਕਿਉਂਕਿ ਇਨਸਾਨ ਨੇ ਖੇਤੀ ਕਰਕੇ ਮਨੁੱਖ ਨੇ ਜਿਹੜਾ ਵਾ ਲੋਕਾਂ ਨੇ ਉਹ ਮੰਡੀ ਤੱਕ ਲਿਜਾਣਾ ਵਾ, ਕਿਵੇਂ ਲਿਜਾਣਾ ਵਾ, ਕਿਹੜੀਆਂ ਆਵਾਜਾਈ ਦੀਆਂ ਸਹੂਲਤਾਂ ਉੱਥੇ ਉਪਲਬਧ ਆ, ਇਹਨਾਂ ਨੇ ਇਹ ਤੱਤ ਦੇ ਦਿੱਤੇ। ਕਿਉਂਕਿ ਸਾਨੂੰ ਆਪਸ਼ਨ ਦੇ ਵਿੱਚ ਇਦਾਂ ਆ ਸਕਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਖੇਤੀਬਾੜੀ ਨੂੰ ਪ੍ਰਭਾਵਿਤ ਨਹੀਂ ਕਰਦਾ, ਸੋ ਜਿਹੜੇ ਪ੍ਰਭਾਵਿਤ ਕਰਦੇ ਉਹ ਤਾਂ ਸਾਨੂੰ ਪਤਾ ਹੋਣੇ ਚਾਹੀਦੇ। ਕਲਾਈਮੇਟ ਕਿੱਦਾਂ ਦਾ ਵਾ, ਧਰਾਤਲ ਕਿੱਦਾਂ ਦਾ ਵਾ, ਮਿੱਟੀ ਦੀ ਕਿਸਮ ਕਿੱਦਾਂ ਦੀ, ਸਿੰਚਾਈ ਦੀਆਂ ਸਹੂਲਤਾਂ ਕਿੱਦਾਂ ਦੀਆਂ ਵਾ, ਖੇਤੀਬਾੜੀ ਦੇ ਢੰਗ ਕਿੱਦਾਂ ਦੇ ਆ, ਮੰਡੀਕਰਨ ਸਿਸਟਮ ਕੀ ਆ ਉੱਥੋਂ ਦਾ, ਤੇ ਉੱਥੇ ਆਵਾਜਾਈ ਦੇ ਸਾਧਨ ਕਿਹੜੇ ਆ, ਠੀਕ ਆ। ਇਹ ਡਿਫਰੈਂਸ ਆ। NCERT ਨੇ ਸਟਾਰਟਿੰਗ ਦੇ ਵਿੱਚ ਸਾਨੂੰ ਸੋਰਸ ਦੇ ਤੇ ਜਿਹੜੇ ਕਿ ਸਾਡੇ PSTET ਦੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪਰ ਜਿਹੜੀ ਸਾਡੀ ਪੰਜਾਬ ਬੋਰਡ ਆ ਉਹਨਾਂ ਨੇ ਸਾਨੂੰ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦੇ ਤੇ। ਸੋ ਏਦਾਂ ਕੀ ਹੋਊਗਾ, ਏਦਾਂ ਐਨਾਲਿਸਿਸ ਕਰਕੇ ਪੜਾਂਗੇ ਨਾਲ ਦੀ ਨਾਲ, ਨਾ ਤਾਂ ਆਪਣਾ ਕੋਈ ਪੁਆਇੰਟ ਛੁੱਟਣਾ ਵਾ, ਨਾ NCERT ਤੋਂ, ਨਾ ਪੰਜਾਬ ਬੋਰਡ ਤੋਂ, ਤੇ ਨਾਲ ਦੀ ਨਾਲ ਆਪਣੀਆਂ ਕਿਤਾਬਾਂ ਦਾ ਐਨਾਲਿਸਿਸ ਵੀ ਹੁੰਦਾ ਜਾਂਦਾ ਵਾ, ਠੀਕ ਹੈ। ਅੱਗੇ ਆਪਾਂ ਦੇਖਦੇ ਹਾਂ ਵੀ ਅੱਗੇ ਇਹ ਕੀ ਕਹਿੰਦੇ ਆ, ਠੀਕ ਹੈ। ਇਸ ਤੋਂ ਬਾਅਦ ਆਪਾਂ ਪੜਾਂਗੇ ਖੇਤੀਬਾੜੀ ਦੇ ਅਲੱਗ-ਅਲੱਗ ਪ੍ਰਕਾਰ, ਖੇਤੀਬਾੜੀ ਦੀਆਂ ਵੱਖ-ਵੱਖ ਕਿਸਮਾਂ ਵੇਖਦੇ ਆਂ ਵੀ NCERT ਤੇ ਕਿਹੜੀਆਂ ਕਿਸਮਾਂ ਦਿੰਦੇ ਆ ਤੇ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਕਿਹੜੀਆਂ ਦਿੰਦੇ ਆ। ਜਦੋਂ ਅਸੀਂ ਖੇਤੀਬਾੜੀ ਦੇ ਪ੍ਰਕਾਰ ਦੀ ਗੱਲ ਕਰਦੇ ਆਂ, ਖੇਤੀਬਾੜੀ ਦੀਆਂ ਜਾਂ ਅਸੀਂ ਅਲੱਗ-ਅਲੱਗ ਕਿਸਮਾਂ ਦੀ ਗੱਲ ਕਰਦੇ ਆਂ, ਤਾਂ NCERT ਦੇ ਵਿੱਚ ਸਿਰਫ ਸਾਨੂੰ ਖੇਤੀਬਾੜੀ ਦੀਆਂ 9 ਕਿਸਮਾਂ ਮਿਲਦੀਆਂ, ਪਰ ਇਹ ਬਹੁਤ ਹੀ ਜ਼ਿਆਦਾ ਕਹਿ ਲੋ ਵੀ ਇੰਪੋਰਟੈਂਟ ਆ। ਭਾਵੇਂ ਸਿਰਫ ਘੱਟ ਕਿਸਮਾਂ ਦਿੱਤੀਆਂ ਬਹੁਤ ਇੰਪੋਰਟੈਂਟ ਆ, ਛੱਡਣੀਆਂ ਆਪਾਂ ਇਹ ਵੀ ਨਹੀਂ, ਪਰ ਇਹਦੇ ਉਲਟ ਜਦੋਂ ਅਸੀਂ ਆਪਣੀ ਪੰਜਾਬ ਬੋਰਡ ਦੀ ਬੁੱਕ ਦੀ ਗੱਲ ਕਰਦੇ ਆਂ, ਇਹਦੇ ਵਿੱਚ ਇਹ ਸਾਨੂੰ ਖੇਤੀਬਾੜੀ ਦੀਆਂ 14 ਕਿਸਮਾਂ ਦਿੰਦੇ ਆ। ਕਿਹੜੀਆਂ-ਕਿਹੜੀਆਂ? ਸਥਾਈ ਖੇਤੀ, ਸਥਾਨੰਤਰੀ ਖੇਤੀ, ਖੁਸ਼ਕ ਖੇਤੀ, ਗਿੱਲੀ ਖੇਤੀ, ਸੰਘਣੀ ਖੇਤੀ, ਵਿਸ਼ਾਲ ਖੇਤੀ, ਮਿਸ਼ਰਤ ਖੇਤੀ, ਬਾਗਬਾਨੀ ਖੇਤੀ, ਨਿੱਜੀ ਖੇਤੀ, ਸਹਿਕਾਰੀ ਖੇਤੀ, ਸਾਂਝੀ ਖੇਤੀ, ਬਗਾਤੀ ਖੇਤੀ,
ਗੁਜ਼ਾਰੇਬੰਦੀ ਖੇਤੀ, ਵਪਾਰਕ ਖੇਤੀ। ਪਰ NCERT ਦੇ ਵਿੱਚ ਜਿਹੜਾ ਵਾ ਉਹ ਐਂਡ ਤੇ ਪੜ੍ਹਦੇ ਆ। ਸਭ ਤੋਂ ਪਹਿਲਾਂ ਆ ਡਾਟਾ ਜਿਹੜਾ ਸਾਡੇ ਕੋਲ ਜ਼ਿਆਦਾ ਪੰਜਾਬ ਬੋਰਡ ਦੀ ਬੁੱਕ ਤੇ, ਆਪਾਂ ਪਹਿਲਾਂ ਪੰਜਾਬ ਬੋਰਡ ਨੂੰ ਹੀ ਪੜ੍ਹਦੇ ਆ ਵੀ ਭਲਾ ਇਹਦੇ ਤੇ ਕੀ ਕਹਿੰਦੇ ਆ। ਇਹ ਕਹਿੰਦੇ ਆ ਸਥਾਈ ਖੇਤੀ ਕਿਹੜੀ ਹੁੰਦੀ ਆ, ਉਹ ਖੇਤੀ ਕਿ ਜਿਹੜੀ ਇੱਕ ਥਾਂ ਤੇ ਟਿਕ ਕੇ ਜਿਹੜੀ ਆ ਕੀਤੀ ਜਾਂਦੀ ਆ। ਫਿਰ ਇਹ ਕਹਿੰਦੇ ਆ ਕਿ ਇੱਕ ਹੀ ਜ਼ਮੀਨ ਵਿੱਚੋਂ ਬਾਰ-ਬਾਰ ਫਸਲਾਂ ਪ੍ਰਾਪਤ ਕਰਦੇ ਆ ਜਦੋਂ ਅਸੀਂ, ਹਨਾ। 1 ਮਿੰਟ। ਹਾਂ, ਯਾਦ ਰੱਖਿਓ ਜਿਹੜੀ ਸਥਾਈ ਖੇਤੀ ਆ ਇਹਨੂੰ ਟਿਕਾਊ ਖੇਤੀ ਵੀ ਕਿਹਾ ਜਾਂਦਾ ਵਾ। ਟਿਕਾਊ ਖੇਤੀ ਮਤਲਬ ਮੰਨ ਕੇ ਚੱਲੋ ਵੀ ਕਿਸਾਨ ਤੋਂ ਸਿਰਫ 1 ਏਕੜ ਜ਼ਮੀਨ ਆ ਤੇ ਉਹ ਪੱਕੇ ਤੌਰ ਤੇ ਇੱਥੇ ਆਪਣਾ ਘਰ ਬਣਾ ਕੇ ਰਹਿ ਰਿਹਾ। ਠੀਕ ਆ। ਹੁਣ ਇਹ ਤਾਂ ਖੇਤੀ ਹੈ ਨਹੀਂ ਵੀ ਜੇ ਉਹਦੀ ਜ਼ਮੀਨ ਉਪਜਾਊ ਨਹੀਂ ਰਹੀ ਤਾਂ ਉੱਠ ਕੇ ਹੋਰ ਕਿਤੇ ਚਲ ਜੂਗਾ, ਜੇ ਉੱਥੇ ਨਹੀਂ ਉਪਜਾਊ ਰਹੀ ਤੇ ਹੋਰ ਕਿਤੇ ਚਲ ਜੂਗਾ। ਨਹੀਂ, ਇਹ ਉਹ ਕਿਸਮ ਆ ਜਿੱਥੇ ਇਨਸਾਨ ਪੱਕੇ ਤੌਰ ਤੇ ਰਹਿ ਕੇ ਆਪਣੀ ਜਿਹੜੀ ਆ ਖੇਤੀ ਕਰਦਾ ਵਾ ਤੇ ਉਹ ਜਿਹੜੀ ਖੇਤੀ ਕਰਦਾ ਵਾ ਉਸ ਮਿੱਟੀ ਨੂੰ ਉਪਜਾਊ ਰੱਖਣ ਲਈ ਤਰ੍ਹਾਂ ਦੀਆਂ ਖਾਦਾਂ ਦਾ ਉਪਯੋਗ ਕਰਦਾ ਵਾ ਤੇ ਉਹ ਕੋਸ਼ਿਸ਼ ਕਰਦਾ ਵਾ ਕਿ ਜਿੰਨੀ ਵੀ ਭੂਮੀ ਉਹਦੇ ਕੋਲ ਅਵੇਲੇਬਲ ਆ ਉਹ ਉਹਨੂੰ ਉਪਜਾਊ ਰੱਖ ਸਕੇ। ਸੋ ਇਹਨੂੰ ਟਿਕਾਊ ਖੇਤੀ ਵੀ ਕਹਿੰਦੇ ਆ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸਥਾਨਾਂਤਰੀ ਖੇਤੀ ਕੀ ਹੁੰਦੀ ਆ? ਸੋ ਸਥਾਈ ਖੇਤੀ ਦੇ ਦੋਨੋਂ ਦੇ ਦੋਨੋਂ ਪੁਆਇੰਟ ਤੁਸੀਂ ਯਾਦ ਰੱਖਣੇ। ਉਸ ਤੋਂ ਬਾਅਦ ਸਾਡੀ ਆ ਜਾਂਦੀ ਹੈ ਸਥਾਨਾਂਤਰੀ ਖੇਤੀ। ਠੀਕ ਆ, ਇਹਦੇ ਉਲਟ ਜਿਹੜੀ ਸਥਾਨਾਂਤਰੀ ਖੇਤੀ ਹੈ ਬਿਲਕੁਲ ਇਹਦੇ ਆਪੋਜ਼ਿਟ ਆ। ਸਥਾਈ ਖੇਤੀ ਕੀ ਸੀ ਵੀ ਪੱਕੇ ਤੌਰ ਤੇ ਇੱਕੇ ਜਗ੍ਹਾ ਤੇ ਰਹਿ ਕੇ ਜਿਹੜੀ ਖੇਤੀ ਕੀਤੀ ਜਾਂਦੀ। ਪਰ ਸਥਾਨਾਂਤਰੀ ਖੇਤੀ ਉਹ ਖੇਤੀ ਹੁੰਦੀ ਆ ਜਿਹਦੇ ਵਿੱਚ ਲੋਕ ਜਿਹੜਾ ਵਾ ਕਿਸੇ ਜੰਗਲਾਂ ਨੂੰ ਕੱਟ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਉੱਥੇ ਖੇਤੀ ਕਰਦੇ। ਜਦੋਂ ਉਹ ਮਿੱਟੀ ਉਪਜਾਊ ਨਹੀਂ ਰਹਿੰਦੀ ਤੇ ਉਹਨੂੰ ਛੱਡ ਕੇ ਕਿਤੇ ਹੋਰ ਜਗ੍ਹਾ ਚਲ ਜਾਂਦੇ, ਫਿਰ ਉੱਥੇ ਖੇਤੀ ਕਰਨਾ ਜਿਹੜਾ ਵਾ ਸ਼ੁਰੂ ਕਰ ਦਿੰਦੇ ਆ। ਤੇ ਸਭ ਤੋਂ ਇੰਪੋਰਟੈਂਟ ਫੈਕਟ ਇਹਦੇ ਵਿੱਚ ਇਹ ਆ ਕਿ ਇਹ ਸਾਨੂੰ ਪੇਪਰ ਦੇ ਵਿੱਚ ਪੁੱਛੀ ਗਈ ਆ। ਸਥਾਨਾਂਤਰੀ ਖੇਤੀ ਕਿਉਂ ਪੁੱਛੀ ਗਈ ਆ? ਕਿਉਂਕਿ ਸਥਾਨਾਂਤਰੀ ਖੇਤੀ ਦਾ ਹੀ ਦੂਜਾ ਨਾਮ ਝੂਮਿੰਗ ਖੇਤੀ ਆ। ਠੀਕ ਆ, ਕਿਉਂਕਿ ਸਥਾਨਾਂਤਰੀ ਖੇਤੀ ਦਾ ਹੀ ਦੂਜਾ ਨਾਮ ਝੂਮਿੰਗ ਖੇਤੀ ਆ। ਠੀਕ ਆ, ਉਸ ਤੋਂ ਬਾਅਦ ਅਗਲੀ ਸਾਡੀ ਆ ਜਾਂਦੀ ਆ ਖੁਸ਼ਕ ਖੇਤੀ। ਠੀਕ ਆ, ਜਿੱਥੇ ਬਹੁਤ ਹੀ ਘੱਟ ਵਰਖਾ ਹੁੰਦੀ ਆ, 50 ਸੈਂਟੀਮੀਟਰ ਦੇ ਆਸ-ਪਾਸ। ਠੀਕ ਆ, 50 ਸੈਂਟੀਮੀਟਰ ਦੇ ਆਸ-ਪਾਸ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਵਾ ਉੱਥੇ ਖੁਸ਼ਕ ਖੇਤੀ ਹੁੰਦੀ ਆ। ਖੁਸ਼ਕ ਖੇਤੀ ਦੇ ਵਿੱਚ ਸਾਡੀਆਂ ਕਿਹੜੀਆਂ ਫਸਲਾਂ ਹੋਣਗੀਆਂ, ਮੈਂ ਟੈਲੀਗ੍ਰਾਮ ਤੇ ਪੂਰੀ ਡਿਟੇਲ ਇਹਨਾਂ ਦੀ ਭੇਜ ਦੂੰਗੀ। ਫਿਲਹਾਲ ਤੁਸੀਂ ਇਸ ਨੂੰ ਸਮਝ ਲਓ ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ। ਅੱਛਾ, ਕਈਆਂ ਨੂੰ ਨਾ ਕਈ ਬੱਚੇ ਮੈਸੇਜ ਕਮੈਂਟ ਕਰਦੇ ਆ, ਉਹਨਾਂ ਨੂੰ ਟੈਲੀਗ੍ਰਾਮ ਚੈਨਲ ਦਾ ਨਹੀਂ ਪਤਾ ਲੱਗ ਰਿਹਾ। ਵੀਡੀਓ ਦਾ ਡਿਸਕ੍ਰਿਪਸ਼ਨ ਚੈੱਕ ਕਰਿਓ। ਡਿਸਕ੍ਰਿਪਸ਼ਨ ਦੇ ਵਿੱਚ ਮੂਰੇ ਹੀ ਜਦੋਂ ਤੁਸੀਂ ਸਟਾਰਟਿੰਗ ਤੋਂ ਡਿਸਕ੍ਰਿਪਸ਼ਨ ਖੋਲੋਗੇ ਉੱਥੇ ਤੁਹਾਨੂੰ ਮੇਰਾ ਇੰਸਟਾਗ੍ਰਾਮ ਆਈਡੀ ਵੀ ਮਿਲ ਜੂਗੀ। ਠੀਕ ਆ, ਇੰਸਟਾਗ੍ਰਾਮ ਤੇ ਵੈਸੇ ਕੁਝ ਖਾਸ ਨਹੀਂ ਆ, ਉੱਥੇ ਬਸ ਇਹ ਆ ਕਿ ਮਤਲਬ ਜੋ ਵੀ ਮੈਨੂੰ ਵਧੀਆ ਲੱਗਦਾ, ਜੇ ਮੈਂ ਮਤਲਬ ਕਿਤੇ ਨਾ ਮੈਨੂੰ ਮਤਲਬ ਜਿਵੇਂ ਕੁਝ ਸ਼ਾਇਰੀ ਵੀ ਲਿਖਣ ਦਾ ਮੈਨੂੰ ਸ਼ੌਂਕ ਹੈਗਾ, ਜਿਵੇਂ ਪੰਜਾਬ ਦੇ ਬਾਰੇ ਹੋ ਗਿਆ, ਪੰਜਾਬ ਦੇ ਹਾਲਾਤਾਂ ਬਾਰੇ, ਮਤਲਬ ਕੋਈ ਉਹੋ ਜਿਹੀ ਸ਼ਾਇਰੀ ਨਹੀਂ, ਸਿਰਫ ਮਤਲਬ ਐਵੇਂ ਦੀ ਕੋਈ ਮਤਲਬ ਜਿਹੜੀ ਉਹੋ ਜਿਹੀ ਨਾ ਹੋਵੇ, ਕੁਝ ਏਦਾਂ ਮਤਲਬ ਜੋ ਵੀ ਮੈਨੂੰ ਵਧੀਆ ਲੱਗਦਾ ਵਾ ਮੈਂ ਅਪਲੋਡ ਕਰਦੀ। ਉੱਥੇ ਤੁਹਾਨੂੰ ਐਜੂਕੇਸ਼ਨ ਦੇ ਨਾਲ ਸੰਬੰਧਿਤ ਕੁਝ ਵੀ ਨਹੀਂ ਮਿਲੂਗਾ। ਪਰ ਜੇਕਰ ਤੁਸੀਂ ਚਾਹੁੰਦੇ ਹੋ ਇੰਸਟਾਗ੍ਰਾਮ ਤੇ ਮੇਰੇ ਨਾਲ ਜੁੜਨਾ ਤੇ ਮੇਰੀ ਇੰਸਟਾਗ੍ਰਾਮ ਆਈਡੀ ਹੈਗੀ ਆ ਸਰਬਜੋਤ 1984। ਠੀਕ ਹੈ, ਸਰਬਜੋਤ 1984 ਜਦੋਂ ਤੁਸੀਂ ਸਰਚ ਕਰੋਗੇ ਤੁਹਾਨੂੰ ਮੇਰਾ ਇੰਸਟਾਗ੍ਰਾਮ ਆਈਡੀ ਮਿਲ ਜੂਗੀ। ਤੇ ਟੈਲੀਗ੍ਰਾਮ ਜਿਹੜੀ ਆਈਡੀ ਹੈਗੀ ਆ ਉਹ ਹੈਗਾ ਵਾ SSS ਆਨਲਾਈਨ ਅਕੈਡਮੀ ਜਿਹੜਾ ਵਾ, ਤੇ ਜਾਂ ਸਰਬ ਸੋਸ਼ਲ ਸਟੱਡੀ ਤੁਸੀਂ ਜਦੋਂ ਸਰਚ ਕਰੋਗੇ ਤੇ ਤੁਹਾਨੂੰ ਮਿਲ ਜੂਗਾ। ਪਰ ਟੈਲੀਗ੍ਰਾਮ ਚੈਨਲ ਜਿਹੜਾ ਵਾ ਉਹ ਹੋ ਸਕਦਾ ਤੁਹਾਨੂੰ ਸਿੱਧਾ ਸਰਚ ਕੀਤਿਆਂ ਨਾ ਮਿਲੇ, ਕਿਉਂਕਿ ਬਹੁਤ ਘੱਟ ਬੱਚੇ ਉਹਦੇ ਤੇ ਜੁੜੇ ਆ, ਕੋਈ ਵਾਇਰਲ ਨਹੀਂ ਹੋਇਆ ਉਹ ਚੈਨਲ। ਇਸ ਕਰਕੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਲੈ ਕੇ ਉੱਥੇ ਕਲਿੱਕ ਕਰਕੇ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਤੇ ਜੁੜ ਜਾਣਾ। ਠੀਕ ਆ, ਤੇ ਟੈਲੀਗ੍ਰਾਮ ਤੇ ਜਰੂਰ ਜੁੜਿਓ, ਕਿਉਂਕਿ ਜੋ ਵੀ ਮੈਂ ਕੰਟੈਂਟ ਕਰਵਾਉਣੀ ਆ ਉਹਦੀਆਂ PDF ਜਿਹੜੀਆਂ ਵਾ
ਉਹ ਟੈਲੀਗ੍ਰਾਮ ਤੇ ਭੇਜੀਆਂ ਜਾਂਦੀਆਂ ਵਾ। ਸੋ ਜਦੋਂ ਅਸੀਂ ਖੁਸ਼ਕ ਖੇਤੀ ਦੀ ਗੱਲ ਕਰਦੇ ਆ ਤੇ 50 ਸੈਂਟੀਮੀਟਰ ਜਿੱਥੇ ਵਰਖਾ ਹੁੰਦੀ ਆ ਉੱਥੇ ਖੁਸ਼ਕ ਖੇਤੀ ਕੀਤੀ ਜਾਂਦੀ ਆ। ਦਾਲਾਂ, ਮੱਕੀ ਤੇ ਜੌਂ, ਠੀਕ ਹੈ, ਖੁਸ਼ਕ ਖੇਤੀ ਦੇ ਅੰਡਰ ਕੀ ਆਉਂਦਾ ਵਾ, ਮੈਂ ਇੱਥੇ ਲਿਖ ਦਿੰਨੀ ਆ, ਦਾਲਾਂ, ਮੱਕੀ ਤੇ ਆਪਣੇ ਜੌਂ, ਠੀਕ ਹੈ, ਇਹ ਖੁਸ਼ਕ ਖੇਤੀ ਦੇ ਅੰਡਰ ਆਉਂਦੇ ਆ। ਜਿੱਥੇ ਖੁਸ਼ਕ ਇਲਾਕਾ ਵਾ, ਜਿੱਥੇ ਘੱਟ ਵਰਖਾ ਹੁੰਦੀ ਆ, ਉੱਥੇ ਇਹ ਵਾਲੀਆਂ 3 ਫਸਲਾਂ ਬੀਜੀਆਂ ਜਾਂਦੀਆਂ ਵਾ। ਉਸ ਤੋਂ ਬਾਅਦ ਅਗਲੀ ਸਾਡੀ ਹੈਗੀ ਆ ਗਿੱਲੀ ਖੇਤੀ। ਹੁਣ ਗਿੱਲੀ ਖੇਤੀ ਕੀ ਹੋਊਗੀ? ਗਿੱਲੀ ਖੇਤੀ ਹੁੰਦੀ ਹੈ ਜਿੱਥੇ ਜ਼ਿਆਦਾ ਮੀਂਹ ਪੈਂਦੇ ਆ, ਠੀਕ ਹੈ। ਜਿਹੜੀ ਗਿੱਲੀ ਖੇਤੀ ਆ, ਗਿੱਲੀ ਖੇਤੀ ਉੱਥੇ ਹੋਊਗੀ ਜਿੱਥੇ ਸਾਨੂੰ ਕਿਸੇ ਵੀ ਸਿੰਚਾਈ ਸਹੂਲਤ ਦੀ ਲੋੜ ਨਹੀਂ ਪਊਗੀ। ਗਿੱਲੀ ਖੇਤੀ ਉਹ ਖੇਤੀ ਜਿੱਥੇ ਸਾਨੂੰ ਕਿਸੇ ਵੀ ਸਿੰਚਾਈ ਸਹੂਲਤ ਦੀ ਲੋੜ ਨਹੀਂ ਪਊਗੀ। ਕਿਉਂਕਿ ਉੱਥੇ ਮੀਂਹ ਹੀ ਇੰਨੇ ਜ਼ਿਆਦਾ ਪੈਂਦਾ ਵਾ। ਉੱਥੇ ਉਦਾਂ ਦੀਆਂ ਹੀ ਫਸਲਾਂ ਬੀਜੀਆਂ ਜਾਣਗੀਆਂ ਜਿਨ੍ਹਾਂ ਲਈ ਜ਼ਿਆਦਾ ਗਿੱਲੀ ਜ਼ਮੀਨ ਚਾਹੀਦੀ ਆ। 200 ਸੈਂਟੀਮੀਟਰ ਦੇ ਆਸ-ਪਾਸ ਵਰਖਾ ਹੁੰਦੀ ਆ, ਠੀਕ ਹੈ। ਏਸ਼ੀਆ ਦਾ ਪੂਰਬੀ ਹਿੱਸਾ, ਠੀਕ ਹੈ, ਏਸ਼ੀਆ ਦਾ ਜਿਹੜਾ ਪੂਰਬੀ ਹਿੱਸਾ ਵਾ ਉੱਥੇ ਜਿਹੜੀ ਆ ਗਿੱਲੀ ਖੇਤੀ ਕੀਤੀ ਜਾਂਦੀ ਆ। ਭਾਰਤ ਦੀ ਪੱਛਮੀ ਬੰਗਾਲ ਸਟੇਟ ਆ ਜਿਹੜੀ, ਉੜੀਸਾ, ਭਾਰਤ ਦੀ ਪੱਛਮੀ ਬੰਗਾਲ ਤੇ ਉੜੀਸਾ ਜਿਹੜੀਆਂ ਸਟੇਟ ਆ, ਇੱਥੇ ਗਿੱਲੀ ਖੇਤੀ ਕੀਤੀ ਜਾਂਦੀ ਹੈ। ਗਿੱਲੀ ਖੇਤੀ ਦੇ ਵਿੱਚ ਕਿਹੜੀ ਖੇਤੀ ਆਊਗੀ? ਜਿਹੜਾ ਸਾਡਾ ਝੋਨਾ ਵਾ, ਝੋਨਾ ਜਾਂ ਤੁਸੀਂ ਚਾਵਲ ਕਹਿ ਸਕਦੇ ਆ। ਇੱਥੇ ਜਿਹੜੀ ਆ ਜ਼ਿਆਦਾਤਰ ਗਿੱਲੀ ਖੇਤੀ ਦੇ ਵਿੱਚ ਚਾਵਲ ਜਿਹੜੀ ਸਾਡੀ ਖੇਤੀ ਆਉਂਦੀ ਆ, ਇਹ ਜਿਹੜੀ ਆ ਇੱਥੇ ਜ਼ਿਆਦਾਤਰ ਕੀਤੀ ਜਾਂਦੀ ਆ। 200 ਸੈਂਟੀਮੀਟਰ ਦੇ ਆਸ-ਪਾਸ ਜਿੱਥੇ ਵਰਖਾ ਹੁੰਦੀ ਆ ਉੱਥੇ ਗਿੱਲੀ ਖੇਤੀ ਕੀਤੀ ਜਾਂਦੀ ਆ। ਉਸ ਤੋਂ ਬਾਅਦ ਸਾਡੇ ਆ ਜਾਂਦੀ ਆ ਸੰਘਣੀ ਖੇਤੀ। ਸੰਘਣੀ ਖੇਤੀ ਕਿਹੜੀ ਹੁੰਦੀ ਆ? ਸੰਘਣੀ ਖੇਤੀ ਮੋਸਟ ਇੰਪੋਰਟੈਂਟ ਆ। ਪਤਾ ਕਿਉਂ? ਸੰਘਣੀ ਖੇਤੀ ਦਾ ਮਤਲਬ ਇਹ ਆ ਘੱਟ ਜ਼ਮੀਨ, ਘੱਟ ਸਿੰਚਾਈ ਸਹੂਲਤਾਂ, ਹਨਾ, ਤੇ ਪਰ ਵੱਧ ਕੀ ਮੁਨਾਫਾ। ਕੀ ਕਹਿ ਸਕਦੇ ਆ? ਸੰਘਣੀ ਖੇਤੀ ਉਹ ਖੇਤੀ ਆ ਜਿੱਥੇ ਜ਼ਮੀਨ ਵੀ ਘੱਟ ਹੋਊਗੀ ਪਰ ਫਸਲਾਂ ਜ਼ਿਆਦਾ ਬੀਜੀਆਂ ਜਾਣਗੀਆਂ, ਠੀਕ ਆ। ਪਾਣੀ ਦੇ ਸੋਰਸ ਘੱਟ ਹੋਣਗੇ ਪਰ ਫਸਲਾਂ ਉਦਾਂ ਦੀਆਂ ਬੀਜੀਆਂ ਜਾਣਗੀਆਂ ਜਿਹੜੇ ਪਾਣੀ ਦੇ ਵਿੱਚ ਹੀ ਜ਼ਿਆਦਾ ਪਲ ਸਕਦੀਆਂ ਵਾ। ਮਤਲਬ ਕਿ ਘੱਟ ਜ਼ਮੀਨ ਤੇ ਘੱਟ ਸਿੰਚਾਈ ਸਹੂਲਤਾਂ ਹੋਣ ਦੇ ਬਾਵਜੂਦ ਵੀ ਜ਼ਿਆਦਾ ਝਾੜ ਲਿਆ ਜਾਵੇ ਫਸਲਾਂ ਤੋਂ, ਉਹਨੂੰ ਅਸੀਂ ਸੰਘਣੀ ਖੇਤੀ ਕਹਿੰਦੇ ਆ। ਪੰਜਾਬ, ਸਾਡਾ ਪੰਜਾਬ ਹੀ ਇਹਦੀ ਉਦਾਹਰਨ ਆ, ਠੀਕ ਹੈ। ਪੰਜਾਬ ਹੀ ਇੱਕ ਏਦਾਂ ਦਾ ਸੂਬਾ ਵਾ ਜਿੱਥੇ ਘੱਟ ਜ਼ਮੀਨ ਤੇ ਘੱਟ ਸਿੰਚਾਈ ਸਹੂਲਤਾਂ ਦੇ ਹੋਣ ਦੇ ਬਾਵਜੂਦ ਵੀ ਵੱਧ ਝਾੜ ਫਸਲਾਂ ਦਾ ਲਿਆ ਜਾਂਦਾ ਵਾ, ਠੀਕ ਹੈ। ਇਸ ਤੋਂ ਬਾਅਦ ਅਗਲੀ ਖੇਤੀ ਸਾਡੀ ਆ ਜਾਂਦੀ ਆ ਵਿਸ਼ਾਲ ਖੇਤੀ। ਵਿਸ਼ਾਲ ਖੇਤੀ ਜਿਹੜੀ ਆ ਉਹ ਖੇਤੀ ਹੁੰਦੀ ਆ ਜਿੱਥੇ, ਬਸ ਤੁਸੀਂ ਇਹਦੇ ਬਾਰੇ ਇੰਨਾ ਕੁ ਯਾਦ ਰੱਖਣਾ ਵਾ, ਜਦੋਂ ਇਹਦੇ ਵਿੱਚ ਵਿਸ਼ਾਲ ਖੇਤੀ ਦੇ ਵਿੱਚ ਵੱਡੇ ਕਿਸਾਨ ਆਉਂਦੇ ਆ ਜਿਨ੍ਹਾਂ ਤੋਂ ਜ਼ਮੀਨਾਂ ਦਾ ਰਕਬਾ ਬਹੁਤ ਹੀ ਜ਼ਿਆਦਾ ਵਾ। ਫੋਰ ਐਗਜ਼ਾਮਪਲ, ਵਿਸ਼ਾਲ ਖੇਤੀ ਉਹ ਖੇਤੀ ਜਿੱਥੇ ਸਪਰੇ ਛੋਟੇ ਪੰਪਾਂ ਦੇ ਨਾਲ ਨਹੀਂ ਕੀਤੀ ਜਾਂਦੀ, ਜਿੱਥੇ ਸਪਰੇ ਵੱਡੇ ਹੈਲੀਕਾਪਟਰਾਂ ਦੇ ਨਾਲ ਸਪਰੇ ਕੀਤੀ ਜਾਂਦੀ ਆ, ਜਿੱਥੇ ਵੱਡੇ ਕਿਸਾਨਾਂ ਕੋਲ ਜ਼ਿਆਦਾ ਜ਼ਮੀਨ ਦਾ ਰਕਬਾ ਵਾ, ਉਹ ਹੁੰਦੀ ਆ ਵਿਸ਼ਾਲ ਖੇਤੀ, ਠੀਕ ਆ। ਇਹਦੀ ਜਿਹੜੀ ਵਿਸ਼ਾਲ ਖੇਤੀ ਆ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਸੰਯੁਕਤ ਰਾਜ ਅਮਰੀਕਾ ਆਉਂਦਾ ਵਾ, ਕਿਉਂਕਿ ਅਮਰੀਕਾ ਜਿਹੜਾ ਵਾ ਉਹ ਏਦਾਂ ਦੀ ਕੰਟਰੀ ਆ ਜਿੱਥੇ ਬਹੁਤ ਹੀ ਜ਼ਿਆਦਾ ਜ਼ਮੀਨਾਂ ਦਾ ਜਿਹੜਾ ਰਕਬਾ ਵਾ ਉਹ ਬਹੁਤ ਹੀ ਜ਼ਿਆਦਾ ਵਾ। USA ਜਾਨੀ ਕਿ ਜਿਹੜਾ ਸੰਯੁਕਤ ਰਾਜ ਅਮਰੀਕਾ ਵਾ,
ਇੱਥੇ ਵਿਸ਼ਾਲ ਖੇਤੀ ਹੀ ਕੀਤੀ ਜਾਂਦੀ ਆ। ਠੀਕ ਹੈ, ਇਸ ਪੁਆਇੰਟ ਨੂੰ ਤੁਸੀਂ ਨੇ ਯਾਦ ਰੱਖਣਾ। ਠੀਕ ਹੈ, ਉਸ ਤੋਂ ਬਾਅਦ ਅਗਲੀ ਸਾਡੀ ਆ ਜਾਂਦੀ ਆ ਮਿਸ਼ਰਿਤ ਖੇਤੀ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਮਿਸ਼ਰਿਤ ਖੇਤੀ NCERT ਦੇ ਵਿੱਚ ਵੀ ਇਹਨੇ ਦਿੱਤੀ ਹੋਈ ਹੈ। ਜਿਹੜੀਆਂ 9 ਕਿਸਮਾਂ ਆਪਾਂ ਅੱਗੇ ਪੜ੍ਹਨੀਆਂ ਵਾ NCERT ਤੋਂ, ਉਹਦੇ ਵਿੱਚ ਵੀ ਇਹਨਾਂ ਨੇ ਮਿਸ਼ਰਿਤ ਖੇਤੀ ਬਾਰੇ ਦੱਸਿਆ ਵਾ। ਤੇ ਦੋਨੋਂ ਹੀ ਤਰ੍ਹਾਂ ਦੇ ਨਾਲ ਆਪਾਂ ਇੱਥੋਂ ਪੜ੍ਹ ਲੈਂਦੇ ਆ। ਇਹ NCERT ਦੇ ਵਿੱਚ ਇਹ ਕਹਿੰਦੇ ਆ मिश्रित खेती के बारे, ये कहते आ मिश्रित कृषि में भूमि का उपयोग भोजन व चारे की फसलों उगाने और पशुधन पालन के लिए की जाता है। यह यूरोप, पूर्वी संयुक्त राज्य अमेरिका, अर्जेंटीना, दक्षिणी पूर्वी ऑस्ट्रेलिया, न्यूजीलैंड और दक्षिणी अफ्रीका में प्रचलित है। अच्छा एक मिनट, बस इन्हों ने NCERT ਦੇ ਵਿੱਚ ਮਿਸ਼ਰਿਤ ਖੇਤੀ ਬਾਰੇ ਇੰਨਾ ਕੀ ਦੱਸਿਆ ਵਾ। ਤੇ ਇੱਥੇ ਆਪਾਂ ਵੇਖ ਲੈਂਦੇ ਆ ਵੀ ਸਾਡੇ ਵਾਲੇ ਕੀ ਕਹਿੰਦੇ ਆ। ਸਾਡੇ ਵਾਲੇ ਕਹਿੰਦੇ ਆ ਅਜਿਹੀ ਕਿਸਮ ਦੀ ਖੇਤੀ ਵਿੱਚ ਫਸਲਾਂ, ਫਲਾਂ ਤੇ ਸਬਜ਼ੀਆਂ ਦੇ ਉਤਪਾਦਨ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕੀਤਾ ਜਾਂਦਾ ਹੈ। ਮੱਛੀਆਂ ਤੇ ਸ਼ਹਿਦ ਦੀਆਂ ਮੱਖੀਆਂ ਵੀ ਪਾਲੀਆਂ ਜਾਂਦੀਆਂ ਨੇ। ਇਹਨਾਂ ਰਲੇ ਮਿਲੇ ਸਾਰੇ ਕੰਮਾਂ ਤੋਂ ਹੀ ਕਿਸਾਨ ਨੂੰ ਆਮਦਨ ਪ੍ਰਾਪਤ ਹੁੰਦੀ ਹੈ। ਫਰਕ ਨਿਕਲ ਆਇਆ ਨਾ, ਜ਼ਮੀਨ ਆਸਮਾਨ ਦਾ ਫਰਕ ਆ। ਜਿਹੜੀ ਮਿਸ਼ਰਿਤ ਖੇਤੀ ਦੇ ਵਿੱਚ ਪੰਜਾਬ ਬੋਰਡ ਦੇ ਵਿੱਚ ਗੱਲ ਕੀਤੀ ਗਈ ਆ, ਜਿਹੜੀ ਮਿਸ਼ਰਿਤ ਖੇਤੀ ਬਾਰੇ NCERT ਦੇ ਵਿੱਚ ਗੱਲ ਕੀਤੀ ਗਈ, ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਸਾਡੇ ਪੰਜਾਬ ਬੋਰਡ ਵਾਲੇ ਕਹਿੰਦੇ ਦੋਨੋਂ ਤਰੀਕੇ ਦੇ ਨਾਲ ਯਾਦ ਰੱਖ ਲਿਓ। ਸਾਡੇ ਪੰਜਾਬ ਬੋਰਡ ਵਾਲੇ ਕਹਿੰਦੇ ਆ ਵੀ ਮਿਸ਼ਰਿਤ ਖੇਤੀ ਉਹ ਖੇਤੀ ਆ ਜਿੱਥੇ ਅਨਾਜ ਵੀ ਉਗਾਇਆ ਜਾਂਦਾ ਵਾ, ਜਿੱਥੇ ਫਲ ਵੀ ਉਗਾਏ ਜਾਂਦੇ ਆ, ਸਬਜ਼ੀਆਂ ਵੀ ਉਗਾਈਆਂ ਜਾਂਦੀਆਂ, ਨਾਲ ਹੋਰ ਵੀ ਧੰਦੇ ਜਿਹੜੇ ਕੀਤੇ ਜਾਂਦੇ ਆ। ਪਸ਼ੂ ਪਾਲੇ ਜਾਂਦੇ ਆ, ਮੱਛੀਆਂ ਪਾਲੀਆਂ ਜਾਂਦੀਆਂ ਵਾ। ਇਦਾਂ ਦੇ ਧੰਦੇ ਜਿਹੜੇ ਹੋਰ ਖੇਤੀਬਾੜੀ ਸਹਾਇਕ ਧੰਦੇ ਜਿਹੜੇ ਨਾਲ ਕੀਤੇ ਜਾਂਦੇ ਆ, ਉਹ ਸਾਰਾ ਕੁਝ ਕੀ ਆ, ਮਿਸ਼ਰਿਤ ਖੇਤੀ ਦੇ ਅੰਡਰ ਆਉਂਦਾ ਵਾ। ਬਸ ਇਹ ਕਹਿੰਦੇ ਆ ਸਾਡੇ ਪੰਜਾਬ ਬੋਰਡ ਵਾਲੇ। ਪਰ ਜਿਹੜੇ ਮਿਸ਼ਰਿਤ ਖੇਤੀ ਵਾਲੇ ਆ, ਇਹ ਸਾਨੂੰ ਕੁਝ ਐਕਸਟਰਾ ਦਿੰਦੇ ਆ। ਕਹਿੰਦੇ ਤਾਂ ਇਹ ਵੀ ਇਹੀ ਆ ਕਿ ਭੋਜਨ, ਚਾਰੇ ਦੀਆਂ ਫਸਲਾਂ, ਇਹ ਸਾਰਾ ਕੁਝ ਜਿਹੜਾ ਵਾ, ਕਹਿੰਦੇ ਸਾਡਾ ਭੋਜਨ ਤੇ ਜਿਹੜੀਆਂ ਜਾਨਵਰਾਂ ਦੇ ਚਾਰੇ ਵਾਸਤੇ ਫਸਲਾਂ ਵਾ, ਉਹ ਮਿਸ਼ਰਿਤ ਖੇਤੀ ਦੇ ਅੰਡਰ ਆਉਂਦੀਆਂ। ਮੀਨਿੰਗ ਇਹ ਕੀ ਹੋ ਗਿਆ ਨਾ ਵੀ ਨਾਲ ਅਸੀਂ ਸਹਾਇਕ ਧੰਦੇ ਵੀ ਕਰਦੇ ਆ। ਪਰ ਪੰਜਾਬ ਬੋਰਡ ਵਾਲੇ ਕਿਸੇ ਵੀ ਅਦਰ ਕੰਟਰੀ ਦਾ ਨਾਂ ਨਹੀਂ ਇਹਦੇ ਵਿੱਚ ਲੈਂਦੇ। ਜਿਹੜੇ NCERT ਵਾਲੇ ਆ, ਇਹ ਕਹਿੰਦੇ ਸੰਯੁਕਤ ਰਾਜ ਅਮਰੀਕਾ ਕੰਟਰੀਆਂ ਦੇ ਨਾਮ ਯਾਦ ਰੱਖਿਓ। ਵੈਸੇ ਮੈਂ ਤੁਹਾਨੂੰ PDF ਬਣਾ ਕੇ ਭੇਜ ਦੂੰਗੀ ਟੈਲੀਗ੍ਰਾਮ ਤੇ, NCERT ਤੋਂ ਵੀ ਤੇ ਪੰਜਾਬ ਬੋਰਡ ਤੋਂ ਵੀ, ਤੁਸੀਂ ਖੁਦ ਪੜ੍ਹ ਲੈਣਾ। ਠੀਕ ਆ, ਯੂਰਪ, ਸੰਯੁਕਤ ਰਾਜ ਅਮਰੀਕਾ, ਅਰਜਨਟੀਨਾ, ਦੱਖਣੀ ਪੂਰਬ ਆਸਟ੍ਰੇਲੀਆ, ਨਿਊਜ਼ੀਲੈਂਡ। ਠੀਕ ਆ, ਨਿਊਜ਼ੀਲੈਂਡ, USA, ਅਰਜਨਟੀਨਾ ਤੇ ਯੂਰਪ, ਇਹ ਜਿਹੜੀਆਂ ਕੰਟਰੀਆਂ ਵਾ, ਇੱਥੇ ਕਹਿੰਦੇ ਆ ਕਿ ਮਿਸ਼ਰਿਤ ਖੇਤੀ ਕੀਤੀ ਜਾਂਦੀ ਆ। ਇਹ NCERT ਵਾਲੇ ਕਹਿੰਦੇ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਸਾਡੀ ਅਗਲੀ ਖੇਤੀ ਆ ਜਾਂਦੀ ਆ ਬਾਗਬਾਨੀ ਕਿਸਮ ਦੀ ਖੇਤੀ। ਬਾਗਬਾਨੀ ਖੇਤੀ ਉਹ ਖੇਤੀ ਹੁੰਦੀ ਆ ਜਿੱਥੇ ਫੁੱਲ ਤੇ ਫਲ। ਠੀਕ ਆ, ਬਾਗਬਾਨੀ ਕਿਹੜੀ ਖੇਤੀ ਆ ਜਿੱਥੇ ਫੁੱਲ ਤੇ ਫਲ ਉਗਾਏ ਜਾਂਦੇ ਆ। ਕਿਸਾਨਾਂ ਲਈ ਇਹ ਖੇਤੀ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਆ। ਕਿਉਂ? ਕਿਉਂਕਿ ਜਿਹੜੀ ਬਾਗਬਾਨੀ ਖੇਤੀ ਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਆਧੁਨਿਕ ਸਾਧਨਾਂ ਦਾ ਉਪਯੋਗ ਕੀਤਾ ਜਾ ਰਿਹਾ। ਕਿਉਂ? ਕਿਉਂਕਿ ਫੁੱਲਾਂ ਤੋਂ ਤਰ੍ਹਾਂ ਦੇ ਇਤਰ ਤਿਆਰ ਕੀਤੇ ਜਾਂਦੇ ਆ, ਜਿਹਨੂੰ ਆਪਾਂ ਪਰਫਿਊਮ ਕਹਿ ਦਿੰਦੇ, ਉਹ ਤਿਆਰ ਕੀਤੇ ਜਾਂਦੇ। ਫੁੱਲਾਂ ਤੋਂ ਕਿੰਨਾ ਕੁਝ ਤਿਆਰ ਕੀਤਾ ਜਾਂਦਾ ਵਾ। ਸੋ ਜਿੱਥੇ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਸਟੇਟ ਦੇ ਵਿੱਚ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਆ, ਉੱਤਰਾਖੰਡ ਦੀ ਐਗਜ਼ਾਮਪਲ ਆ। ਉੱਤਰਾਖੰਡ ਜਾਓਗੇ ਨਾ, ਉੱਥੇ ਬਹੁਤ ਸੋਹਣੇ ਸੋਹਣੇ ਫੁੱਲਾਂ ਦੇ ਬਾਗ ਮਿਲਣਗੇ, ਤੁਹਾਨੂੰ ਵੇਖ ਕੇ ਮਨ ਮੋਹਿਤ ਹੋ ਜਾਂਦਾ ਵਾ। ਸੋ ਉੱਤਰਾਖੰਡ ਜਿਹੜੀ ਹੈ ਇਹਦੀ ਐਗਜ਼ਾਮਪਲ ਆ, ਮੈਂ ਇੱਥੇ ਲਿਖ ਦਿੰਨੀ ਆ। ਉੱਤਰਾਖੰਡ ਦੇ ਵਿੱਚ ਬਾਗਬਾਨੀ ਕਿਸਮ ਦੀ ਖੇਤੀ ਜਿਹੜੀ ਆ ਉਹ ਕੀਤੀ ਜਾਂਦੀ ਆ। ਠੀਕ ਆ, ਉਸ ਤੋਂ ਬਾਅਦ ਅਗਲਾ ਪੁਆਇੰਟ ਸਾਡਾ ਹੈਗਾ ਵਾ ਨਿੱਜੀ ਖੇਤੀ। ਇਹਨੂੰ ਅਸੀਂ ਪ੍ਰਾਈਵੇਟ ਖੇਤੀ ਵੀ ਕਹਿ ਸਕਦੇ ਆ। ਮਤਲਬ ਉਹ ਖੇਤੀ ਜਿਹੜੀ ਕਿਸਾਨ ਦੀ ਆਪਣੀ ਨਿੱਜੀ ਖੇਤੀ ਆ। ਠੀਕ ਆ, ਜਿੱਥੇ ਉਹਨੂੰ ਖੇਤੀ ਕਰਨ ਲਈ ਕਿਸੇ ਤੇ ਡਿਪੈਂਡ ਨਹੀਂ ਹੋਣਾ ਪਊਗਾ। ਉਹਦੀ ਆਪਣੀ ਖੇਤੀ, ਉਹਦਾ ਮਤਲਬ ਕਿ ਉਹਦੇ ਆਪ ਦੇ ਅੰਡਰ ਉਹਦੀ ਆਪਣੀ ਜ਼ਮੀਨ ਹੋਊਗੀ, ਆਪਦੀ ਜ਼ਮੀਨ ਦਾ ਮਾਲਕ ਉਹ ਖੁਦ ਹੋਊਗਾ। ਉਹਦੇ ਖੇਤੀਬਾੜੀ ਦੇ ਸਾਧਨ, ਉਹ ਕਿੱਥੋਂ ਖਾਦ ਲਿਆਉਂਦਾ, ਉਹ ਸਾਰਾ ਕੁਝ, ਉਹ ਸਾਰੀ ਚੀਜ਼ ਦਾ ਉਹ ਆਪਦਾ ਆਪ ਮਾਲਕ ਹੋਊਗਾ। ਪ੍ਰਾਈਵੇਟ ਖੇਤੀ ਕਿਸਾਨ ਦੀ ਆਪਣੀ ਨਿੱਜੀ ਖੇਤੀ ਹੁੰਦੀ ਆ। ਉਸ ਤੋਂ ਬਾਅਦ ਸਹਿਕਾਰੀ ਖੇਤੀ ਜਿਹੜੀ ਸਰਕਾਰ ਦੇ ਅੰਡਰ ਆ। ਠੀਕ ਆ, ਇਹ ਜਿਹੜੀ ਸਹਿਕਾਰੀ ਖੇਤੀ ਆ ਨਾ, ਇੱਕ ਮਿੰਟ,
ਜਿਹੜੀ ਸਹਿਕਾਰੀ ਖੇਤੀ ਆ ਨਾ, ਇਹ ਹੁੰਦੀ ਆ ਸਰਕਾਰ ਦੇ ਅੰਡਰ। ਸਮਝਣ ਦੀ ਮੈਂ ਥੋੜਾ ਰੇਸ ਕਰ ਲੈਣੀ ਆ, 1 ਮਿੰਟ। ਜਿਹੜੀ ਸਰਕਾਰੀ ਖੇਤੀ ਆ ਨਾ, ਇਹ ਹੁੰਦੀ ਤਾਂ ਸਰਕਾਰ ਦੇ ਅੰਡਰ। ਫਸਲ ਨੂੰ ਬੀਜਣ ਤੋਂ ਲੈ ਕੇ ਕੱਟਣ, ਵੱਢਣ, ਇਥੋਂ ਤੱਕ ਕਿ ਮੰਡੀ ਤੱਕ ਲਿਜਾਣ ਤੋਂ ਬਾਅਦ ਕਿੰਨੀ ਬਚਤ ਹੋਈ ਆ, ਕਿੰਨੇ ਦੀ ਫਸਲ ਹੋਈ ਆ, ਉਹ ਸਾਰੀ ਜਿਹੜੀ ਆ ਜਿੰਨੀ ਵੀ ਖੇਤੀਬਾੜੀ ਤੋਂ ਉਹ ਬਚਤ ਹੋਈ, ਉਸ ਜਿਹੜੀ ਸਹਿਕਾਰੀ ਖੇਤੀ ਆ, ਸਹਿਕਾਰੀ ਖੇਤੀ ਦੇ ਵਿੱਚ ਜਿਹੜੀਆਂ ਸਾਡੀਆਂ ਸ਼ਾਮਲਾਤ ਜ਼ਮੀਨਾਂ, ਅਸੀਂ ਪਿੰਡਾਂ ਵਿੱਚ ਕਹਿ ਦਿੰਨੇ ਆ ਪੰਚਾਇਤੀ ਪੈਲੀ, ਜਿਹਨੂੰ ਅਸੀਂ ਕਹਿ ਦਿੰਨੇ, ਉਹ ਸਹਿਕਾਰੀ ਖੇਤੀ ਦੇ ਅੰਡਰ ਆਉਂਦੀ ਆ। ਹੁੰਦਾ ਕੀ ਆ, ਫਸਲ ਵੇਚ ਕੇ ਉਹਦਾ ਜਿੰਨਾ ਵੀ ਮੁਨਾਫਾ ਹੁੰਦਾ ਵਾ, ਉਹ ਸਰਕਾਰੀ ਖੇਤੀ ਦੇ ਮੈਂਬਰਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਵਾ। ਸਹਿਕਾਰੀ ਖੇਤੀ ਦਾ ਸਭ ਤੋਂ ਵੱਧ ਫਾਇਦਾ ਉਹਨਾਂ ਕਿਸਾਨਾਂ ਨੂੰ ਹੁੰਦਾ ਵਾ ਜਿਨ੍ਹਾਂ ਦੀ ਆਪਣੀ ਪ੍ਰਾਈਵੇਟ ਜ਼ਮੀਨ ਬਹੁਤ ਘੱਟ ਹੁੰਦੀ ਆ, ਤੇ ਉਹ ਪੰਚਾਇਤੀ ਜ਼ਮੀਨ ਤੇ ਜਾਂ ਜਿਹੜੀ ਸ਼ਾਮਲਾਟ ਜ਼ਮੀਨ ਆ, ਉਹਦੀ ਵਰਤੋਂ ਕਰਕੇ ਆਪਣਾ ਬਹੁਤ ਸੋਹਣਾ ਜੀਵਨ ਨਿਰਵਾਹ ਕਰ ਸਕਦਾ ਵਾ। ਠੀਕ ਹੈ, ਪਰ ਹੁਣ ਤੁਸੀਂ ਥੋੜਾ ਜਿਹਾ ਲੇਟੈਸਟ ਅਪਡੇਟ ਜਿਹੜੀ ਆ ਸਾਡੀ ਜ਼ਰੂਰ ਰੱਖਿਆ ਕਰੋ। ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਇਹਨਾਂ ਨੇ ਕਿਸਾਨਾਂ ਤੋਂ ਪੰਚਾਇਤੀ ਜ਼ਮੀਨਾਂ ਖੋਹਣ ਦਾ ਜਿਹੜਾ ਵਾ ਕੰਮ ਜਿਹੜਾ ਵਾ ਇਹਨਾਂ ਨੇ ਸ਼ੁਰੂ ਕੀਤਾ ਹੀ। ਜੇ ਸਾਡੇ ਕਿਸਾਨ ਸੰਘਰਸ਼ ਕਮੇਟੀਆਂ ਇਸ ਚੀਜ਼ ਲਈ ਅੱਗੇ ਨਾ ਆਉਂਦੀਆਂ ਤਾਂ ਸ਼ਾਇਦ ਕੁਝ ਕੁ ਕਿਸਾਨਾਂ ਤੋਂ ਗੁਜ਼ਾਰੇ ਵਾਸਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਵਾ, ਕਿਉਂਕਿ ਪੰਚਾਇਤੀ ਜ਼ਮੀਨਾਂ ਵੀ ਖਰੀਦਣ ਲਈ ਕਿਸਾਨਾਂ ਨੇ ਪੈਸੇ ਲਾਏ ਹੋਏ ਆ, ਲੱਖਾਂ ਪੈਸੇ ਲਾਏ ਹੋਏ ਆ, ਜਿਨ੍ਹਾਂ ਨੂੰ ਇਹ ਜਿਹੜੀ ਸਰਕਾਰ ਹੀ ਖੋਣਾ ਚਾਹੁੰਦੀ ਸੀ। ਪਰ ਬਹੁਤ ਸ਼ਲਾਘਾਯੋਗ ਕੰਮ ਆ ਸਾਡੀਆਂ ਕਿਸਾਨ ਸੰਘਰਸ਼ ਕਮੇਟੀਆਂ ਜਿਨ੍ਹਾਂ ਨੇ ਇਹ ਜਿਹੜੀਆਂ ਜ਼ਮੀਨਾਂ ਵਾ ਹੱਥੋਂ ਜਾਣ ਤੋਂ ਬਚਾ ਲਈਆਂ। ਠੀਕ ਹੈ, ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਸਾਡੀ ਸਾਂਝੀ ਖੇਤੀ। ਠੀਕ ਹੈ, ਇਹ ਜਿਹੜੀ ਸਾਂਝੀ ਖੇਤੀ ਹੈ ਨਾ, ਯਾਦ ਰੱਖਿਓ, ਇਹ ਜ਼ਿਆਦਾਤਰ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿੱਥੇ ਕੀਤੀ ਜਾਂਦੀ ਆ, USSR। USSR ਦਾ ਮਤਲਬ ਇਹ ਆ ਸੋਵੀਅਤ ਸੰਘ ਦੇ ਅੰਡਰ ਜਿੰਨੀਆਂ ਕੰਟਰੀਆਂ ਆਉਂਦੀਆਂ ਵਾ। ਠੀਕ ਆ, ਸੋਵੀਅਤ ਸੰਘ ਦੇ ਅੰਡਰ ਜਿੰਨੀਆਂ ਆਉਂਦੀਆਂ ਵਾ ਕੰਟਰੀਆਂ, ਉੱਥੇ ਸਾਂਝੀ ਖੇਤੀ ਕੀਤੀ ਜਾਂਦੀ ਆ। ਸਾਂਝੀ ਖੇਤੀ ਦਾ ਮਤਲਬ ਇਹ ਹੁੰਦਾ ਵਾ, ਸਾਂਝੀ ਖੇਤੀ ਹੈਗੀ ਤਾਂ ਇਹ ਵੀ ਸਰਕਾਰੀ ਖੇਤੀ ਹੀ ਆ, ਪਰ ਡਿਫਰੈਂਸ ਕੀ ਆ? ਡਿਫਰੈਂਸ ਇਹ ਆ ਕਿ ਸਾਂਝੀ ਖੇਤੀ ਦੇ ਵਿੱਚ ਵੀ ਕੰਟਰੋਲ ਜਿਹੜਾ ਉਹ ਸਰਕਾਰ ਦਾ ਹੀ ਹੁੰਦਾ ਵਾ, ਪਰ ਆਮਦਨ ਖੇਤੀਬਾੜੀ ਤੋਂ ਜੋ ਵੀ ਉਪਜ ਤੋਂ ਜੋ ਵੀ ਆਮਦਨ ਆਈ, ਉਹਦਾ ਕੁਝ ਹਿੱਸਾ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਚਲਾ ਜਾਂਦਾ ਵਾ, ਜਿਹਦੀ ਵਜ੍ਹਾ ਕਰਕੇ ਇਹਨੂੰ ਅਸੀਂ ਸਾਂਝੀ ਖੇਤੀ ਕਹਿੰਦੇ ਆ। ਤੇ USSR ਯਾਨੀ ਕਿ ਸੋਵੀਅਤ ਸੰਘ ਦੇ ਜਿਹੜੀਆਂ ਕੰਟਰੀਆਂ ਵਾ, ਉੱਥੇ ਜ਼ਿਆਦਾਤਰ ਸਾਂਝੀ ਖੇਤੀ ਕੀਤੀ ਜਾਂਦੀ ਆ। ਜੇ ਪੁੱਛਿਆ ਜਾਵੇ ਕਿ ਉਹ ਵਾਲੀਆਂ 2 ਖੇਤੀਬਾੜੀ ਦੀਆਂ ਕਿਸਮਾਂ ਦੱਸੋ ਜਿਹੜੀਆਂ ਸਰਕਾਰ ਦੇ ਕੰਟਰੋਲ ਹੇਠ ਆਉਂਦੀਆਂ ਵਾ, ਸਹਿਕਾਰੀ ਖੇਤੀ, ਸਾਂਝੀ ਖੇਤੀ, ਜਿਹੜਾ ਵਾ ਸੱਸੇ ਤੋਂ ਯਾਦ ਰੱਖ ਲਿਓ। ਇਹਨਾਂ ਦੋਨਾਂ ਨੂੰ ਤੁਸੀਂ ਯਾਦ ਰੱਖਣਾ ਵਾ। ਠੀਕ ਆ, ਉਸ ਤੋਂ ਬਾਅਦ ਅਗਲੀ ਸਾਡੀ ਆ ਜਾਂਦੀ ਆ ਬਗਾਤੀ ਖੇਤੀ। ਹਾਂ, ਬਗਾਤੀ ਖੇਤੀ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਾਡੇ ਲਈ। ਪਤਾ ਕਿਉਂ? ਕਿਉਂਕਿ ਜਿਹੜੀ ਬਗਾਤੀ ਖੇਤੀ ਆ, ਇਹ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ, ਇਸ ਕਰਕੇ ਇਹ ਸਾਨੂੰ ਪੁੱਛਿਆ ਵੀ ਜਾ ਸਕਦਾ ਵਾ। ਠੀਕ ਹੈ, 19ਵੀਂ ਸਦੀ ਦੇ ਵਿੱਚ 19ਵੀਂ ਸਦੀ ਦੇ ਵਿੱਚ ਠੀਕ ਹੈ 19ਵੀਂ ਸਦੀ ਦੇ ਵਿੱਚ ਬਗਾਤੀ ਖੇਤੀ ਜਿਹੜੀ ਆ ਉਹ ਅੰਗਰੇਜ਼ਾਂ ਨੇ ਸਾਡੇ ਦੇਸ਼ ਵਿੱਚ ਸ਼ੁਰੂ ਕੀਤੀ ਸੀ। ਬਗਾਤੀ ਖੇਤੀ ਕੀ ਹੁੰਦੀ ਆ? ਜਿਹੜੀ ਆ ਬਾਗਾਂ ਦੇ ਰੂਪ ਵਿੱਚ ਬਾਗ ਲਗਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਵੱਡੇ ਪੱਧਰ ਤੇ। ਠੀਕ ਆ, ਬਾਗ ਕਾਦੇ ਲਗਾ ਲਓ? ਨਾਰੀਅਲ ਦੇ ਬਾਗ ਲਗਾ ਲਓ। ਠੀਕ ਆ, ਨਾਰੀਅਲ ਦੇ ਬਾਗ ਲਗਾ ਦੋ, ਚਾਹ ਦੇ ਬਾਗ ਲਗਾ ਦੋ, ਕੌਫੀ ਦੇ ਬਾਗ ਲਗਾ ਦੋ, ਰਬੜ ਪੈਦਾ ਕਰਨ ਦੇ ਬਾਗ ਲਗਾ ਦੋ। ਠੀਕ ਆ, ਇਹ ਸਾਰੀ ਚੀਜ਼ਾਂ ਜਿਹੜੀਆਂ ਵਾ ਬਗਾਤੀ ਖੇਤੀ ਦੇ ਅੰਡਰ ਆਉਂਦੀਆਂ ਵਾ। ਕਹਿੰਦੇ ਇਸੇ ਹੀ ਕਰਕੇ ਜਿਹੜਾ ਵਾ
ਚਾਹ, ਨਾਰੀਅਲ, ਕੌਫੀ, ਰਬੜ, हाँ ठीक आ। फिर ये कहंदे आ ये जिहड़ी आ बहुत ही लाहेवंद मन्नी जांदी आ, बहुत ही ज्यादा लाहेवंद मन्नी जांदी आ। पर इहदा इंपॉर्टेंट पॉइंट इहो ही आ भी बगाती खेती साडे देश दे विच अंग्रेजां ने शुरू कीती 19वीं सदी दे विच। ठीक है, अगला पॉइंट साडा आ जांदा वा गुजारेबंदी खेती। ठीक है, गुजारेबंदी खेती बहुत ही सिंपल है। गुजारेबंदी खेती वो खेती मतलब ਇਹਦੇ ਵਿੱਚ ਛੋਟੇ ਕਿਸਾਨ ਆਉਂਦੇ ਆ, ਉਹ ਜੇ ਕੋਈ ਫਸਲ ਬੀਜਦੇ ਆ ਤੇ ਉਹ ਆਪਣੀਆਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬੀਜਦੇ ਆ, ਅਨਾਜ ਉਗਾਉਂਦੇ ਆ ਤੇ ਉਹ ਖਾਣ ਵਾਸਤੇ ਉਹ ਮੰਡੀ ਵਿੱਚ ਨਹੀਂ ਲਿਜਾਂਦੇ, ਕਿਉਂਕਿ ਉਹਨਾਂ ਕੋ ਇੰਨੀ ਜ਼ਿਆਦਾ ਫਸਲ ਨਹੀਂ ਹੈਗੀ ਵੀ ਉਹ ਮੰਡੀ ਤੱਕ ਉਹਨੂੰ ਜਾ ਕੇ ਵੇਚ ਸਕਣ, ਉਹ ਆਪਣੀਆਂ ਘਰ ਦੀਆਂ ਨਿੱਜੀ ਲੋੜਾਂ ਪੂਰੀਆਂ ਕਰ ਸਕਣ। ਉਹਦੇ ਲਈ ਜਿਹੜੀ ਉਹ ਖੇਤੀ ਕਰਦੇ ਆ ਉਹ ਗੁਜ਼ਾਰੇਬੰਦੀ ਖੇਤੀ ਦੇ ਅੰਡਰ ਆਉਂਦੀ ਆ। ਜਿਹੜੀ ਵਪਾਰਕ ਖੇਤੀ ਆ, ਵਪਾਰਕ ਖੇਤੀ ਉਹ ਖੇਤੀ ਆ ਜਿਹਦੇ ਵਿੱਚ ਮਤਲਬ ਕਿ ਵੱਡੇ ਪੱਧਰ ਤੇ ਮਸ਼ੀਨਾਂ ਦਾ ਉਪਯੋਗ ਕੀਤਾ ਜਾਂਦਾ ਵਾ, ਜਿਵੇਂ ਮਤਲਬ ठीक है, याद रखियो ਵਪਾਰਕ खेती ਉਹ खेती आ ਜਿਹਦੇ ਵਿੱਚ ਕਿਸਾਨ ਵੱਡੇ ਪੱਧਰ ਤੇ खेती ਕਰਦਾ ਵਾ ਤੇ ਮੰਡੀਆਂ ਤੱਕ ਆਪਣੀ ਫਸਲ ਲਿਜਾਂਦਾ ਵਾ। ਠੀਕ ਆ, ਤੇ ਇਹ ਜਿਹੜੀ खेती ਆ ਮਤਲਬ ਫਸਲਾਂ ਦਾ ਵਪਾਰ ਕਰਦਾ ਵਾ, ਮੰਡੀ ਵਿੱਚ ਲਿਜਾਂਦਾ ਵਾ। ਠੀਕ ਆ, ਤੇ ਕਾਫੀ ਜ਼ਿਆਦਾ ਕਮਾਈ ਇਹਨੂੰ ਹੁੰਦੀ ਆ ਜਦੋਂ ਇਹ ਆਪਣੀ ਫਸਲ ਮੰਡੀ ਦੇ ਵਿੱਚ ਲਿਜਾਂਦਾ ਵਾ। ਯਾਦ ਰੱਖਿਓ ਅਮਰੀਕਾ ਤੇ ਕੈਨੇਡਾ, ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੀ ਆ ਵਪਾਰਕ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਆ, ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਵੀ ਇੱਥੇ ਜਿਹੜਾ ਰਕਬਾ ਵਾ ਜ਼ਮੀਨਾਂ ਦਾ ਉਹ ਜ਼ਿਆਦਾ ਆ। ਠੀਕ ਹੈ, ਰਕਬਾ ਜਿਹੜਾ ਵਾ ਜ਼ਮੀਨਾਂ ਦਾ ਜ਼ਿਆਦਾ ਵਾ, ਖਾਸ ਕਰਕੇ ਅਮਰੀਕਾ ਦੇ ਵਿੱਚ। ਸੋ ਅਮਰੀਕਾ ਦੇ ਨਾਲ ਕੈਨੇਡਾ ਵੀ ਯਾਦ ਰੱਖ ਲਿਓ, ਇੱਥੇ ਵਪਾਰਕ ਖੇਤੀ ਜਿਹੜੀ ਆ ਉਹ ਕੀਤੀ ਜਾਂਦੀ ਆ। ਉਸ ਤੋਂ ਬਾਅਦ ਆਪਾਂ ਇਹ ਹੋ ਗਿਆ ਸਾਡਾ ਸਾਰਾ ਦਾ ਸਾਰਾ ਡਾਟਾ। ਇਹਨਾਂ ਨੇ ਪੰਜਾਬ ਬੋਰਡ ਵਾਲਿਆਂ ਨੇ ਸਾਨੂੰ ਖੇਤੀਬਾੜੀ ਦੀਆਂ 14 ਕਿਸਮਾਂ ਲਗਭਗ ਦਿੱਤੀਆਂ, ਜਿਹੜੀਆਂ ਮੈਂ ਤੁਹਾਨੂੰ ਫੁੱਲੀ ਡਿਟੇਲ ਦੇ ਨਾਲ ਸਮਝਾਤੀਆਂ। ਟੈਲੀਗ੍ਰਾਮ ਤੇ ਵੀ ਸੈਂਡ ਕਰ ਦੂੰਗੀ, ਖੁਦ ਰੀਡ ਕਰ ਲਿਓ। ਅੱਗੇ ਆਪਾਂ ਜਾਣਦੇ ਆ ਵੀ NCERT ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਨੂੰ ਦੱਸਦੇ ਆ। ਜਿਹੜੀਆਂ ਇਹਨਾਂ ਨੇ ਸਾਨੂੰ NCERT ਦੇ ਵਿੱਚ ਕਿਸਮਾਂ ਦਸੀਆਂ ਵਾ, ਦੋ ਤਿੰਨ ਹੀ ਆ ਜਿਹੜੀਆਂ ਮੈਚ ਨਹੀਂ ਹੁੰਦੀਆਂ, ਬਾਕੀ ਤਕਰੀਬਨ ਨਾਮ ਹੀ ਇਹਨਾਂ ਦੇ ਇੱਧਰ ਉੱਧਰ ਆ, ਬਾਕੀ ਕੁਝ ਜ਼ਿਆਦਾ ਫਰਕ ਨਹੀਂ ਆ। ਜਿਹੜੀ ਮੈਂ ਤੁਹਾਨੂੰ ਗੁਜ਼ਾਰੇਬੰਦੀ ਖੇਤੀ ਬਾਰੇ ਦੱਸਿਆ, ਠੀਕ ਆ, ਗੁਜ਼ਾਰੇਬੰਦੀ ਖੇਤੀ ਨੂੰ ਇਹਨਾਂ ਨੇ NCERT ਦੇ ਵਿੱਚ ਗਹਿਣ ਨਿਰਵਾਹ ਖੇਤੀ ਦੱਸਿਆ ਵਾ। ਮੈਂ ਤੁਹਾਨੂੰ ਦੱਸਿਆ ਸੀ ਇਹਦੇ ਵਿੱਚ ਛੋਟੇ ਕਿਸਾਨ ਹੁੰਦੇ ਆ, ਉਹ ਫਸਲ ਨੂੰ ਮੰਡੀ ਤੱਕ ਨਹੀਂ ਲਿਜਾਂਦੇ, ਸਿਰਫ ਉਹ ਆਪਣੀਆਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬੀਜਦੇ ਆ। ਇਹੀ ਚੀਜ਼ ਇਹਨਾਂ ਨੇ ਗਹਿਣ ਨਿਰਵਾਹ ਖੇਤੀ, ਇਹੀ ਚੀਜ਼ ਇਹਨਾਂ ਨੇ NCERT ਦੇ ਵਿੱਚ ਦੱਸੀ ਆ। ਠੀਕ ਆ, ਹੋ ਗਿਆ ਨਾ 2 ਕਿਤਾਬਾਂ ਤੋਂ ਪੂਰਾ ਕੰਪਲੀਟ। ਆਦਮ ਨਿਰਵਾਹ ਖੇਤੀ, ਆਦਮ ਨਿਰਵਾਹ ਖੇਤੀ ਮੈਂ ਤੁਹਾਨੂੰ ਏਦਾਂ ਤਾਂ ਕਰਵਾ ਰਹੀ ਆ। ਹੁਣ ਵੇਖੋ, ਇੱਕ ਬੰਨੇ ਤਾਂ ਮੈਂ ਤੁਹਾਨੂੰ ਪੰਜਾਬ ਬੋਰਡ ਦੀ ਬੁੱਕ ਤੋਂ 14 ਕਿਸਮਾਂ ਕਰਵਾਤੀਆਂ, ਪਰ ਇਹਨਾਂ ਨੇ ਸਾਨੂੰ PSET ਵਾਲੇ ਨੇ ਟੇਢੇ ਢੰਗ ਨਾਲ ਪੇਪਰ ਪੁੱਛਣਾ। ਹੁਣ ਉੱਥੇ ਪਾ ਦੇਣ ਸਿੱਧਾ ਹੀ ਆ ਸ਼ਬਦ ਚੱਕ ਕੇ NCERT ਤੋਂ ਆਦਮ ਨਿਰਵਾਹ ਖੇਤੀ, ਤੇ ਫਿਰ ਤੁਸੀਂ ਉੱਥੇ ਮੂੰਹ ਚੁੱਕ ਕੇ ਵੇਖੋ ਵੀ ਦੀਦੀ ਨੇ ਤੇ 14 ਕਿਸਮਾਂ ਕਰਵਾਤੀਆਂ ਖੇਤੀਬਾੜੀ ਦੀਆਂ, ਆ ਤੇ ਸਾਨੂੰ ਕਰਾਇਆ ਨਹੀਂ। ਸੋ ਆਪਾਂ ਛੱਡਣਾ ਕੁਝ ਨਹੀਂ। NCERT ਵਾਲੇ ਜਿਹਨੂੰ ਆਦਮ ਨਿਰਵਾਹ ਖੇਤੀ ਕਹਿੰਦੇ ਆ, ਉਸੇ ਦਾ ਨਾਮ ਹੀ ਸਥਾਨੰਤਰੀ ਖੇਤੀ ਆ, ਉਸੇ ਦਾ ਹੀ ਨਾਮ ਚਲਵਾਸੀ ਖੇਤੀ ਆ। ਨਾਮ ਹੀ ਸੇਮ ਆ ਪਰ ਮੀਨਿੰਗ ਸੇਮ ਆ। ਆਦਮ ਨਿਰਵਾਹ, ਸਥਾਨੰਤਰੀ, ਚਲਵਾਸੀ ਖੇਤੀ ਉਹ ਖੇਤੀ ਜਿਹੜੇ ਲੋਕ ਇੱਕ ਜਗ੍ਹਾ ਤੋਂ ਖੇਤੀ ਕਰਕੇ ਦੂਜੀ ਜਗ੍ਹਾ ਚਲ ਜਾਂਦੇ, ਜੇ ਉੱਥੇ ਉਪਜਾਊ ਨਹੀਂ ਰਹੀ
ਉੱਥੋਂ ਦੂਜੀ ਜਗ੍ਹਾ ਚਲ ਜਾਂਦੇ, ਉੱਥੋਂ ਫਿਰ ਹੋਰ ਜਗ੍ਹਾ ਚਲ ਜਾਂਦੇ। ਜਿਵੇਂ ਹੁਣ ਆ ਗਰਮੀਆਂ ਜੀਆਂ ਦੇ ਵਿੱਚ ਜਿੱਦਾਂ ਸਾਡੇ ਭੇਡਾਂ ਚਾਰਨ ਵਾਲੇ ਆਉਂਦੇ ਹੁੰਦੇ ਆ ਪਿੰਡਾਂ ਵਾਲਿਆਂ ਨੂੰ ਪਤਾ ਹੋਊਗਾ ਭੇਡਾਂ ਚਾਰਨ ਨਹੀਂ ਆਉਂਦੇ ਹੁੰਦੇ, ਫਿਰ ਗੁੱਜਰ ਆਉਂਦੇ ਆ, ਠੀਕ ਆ। ਉਹ ਐਗਜ਼ਾਮਪਲ ਆ, ਠੀਕ ਆ। ਇਹ ਜਿਹੜੇ ਆਪਣੇ ਮੈਂ ਕਿਉਂਕਿ ਆਪਣਾ ਤਰੀਕਾ ਵਾ ਸਿੱਧਾ ਸਿੰਪਲ ਜਿਹਾ ਵੀ ਅਗਲੇ ਦੇ ਦਿਮਾਗ 'ਚ ਫਿੱਟ ਹੋ ਜੇ ਗੱਲ, ਜਾ ਕੇ ਸਾਰੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਬੱਚੇ ਨੂੰ ਸਮਝਾ ਦੋ, ਠੀਕ ਆ। ਜਿਹੜੇ ਆਪਣੇ ਆਹ ਭੇਡਾਂ ਚਾਰਨ ਵਾਲੇ ਆਉਂਦੇ ਆ ਤੇ ਜਾਂ ਆਪਣੇ ਫਿਰ ਆ ਗੁੱਜਰ ਆ ਜਾਂਦੇ ਆ, ਇਹ ਚਲਵਾਸੀ ਲੋਕ ਹੀ ਹੁੰਦੇ ਆ। ਇਹ ਇਹਨਾਂ ਤੋਂ ਹੀ ਚਲਵਾਸੀ, ਇਹਨਾਂ ਨੂੰ ਚਲਵਾਸੀ ਲੋਕ ਵੀ ਕਹਿੰਦੇ ਆ, ਵੀ ਤੁਸੀਂ ਯਾਦ ਰੱਖਿਓ, ਠੀਕ ਹੈ। ਕਲੀਅਰ। ਆਦਮ ਨਿਰਬਾਹ ਖੇਤੀ, ਸਥਾਨਾਂਤਰੀ, ਚਲਵਾਸੀ ਖੇਤੀ, ਇਹਨਾਂ ਇੱਕ ਹੀ ਨਾਮ ਆ। ਉਸ ਤੋਂ ਬਾਅਦ ਅੱਗੇ ਜਿਹਨੂੰ ਇਹ ਰੋਪਣ ਖੇਤੀ ਕਹਿੰਦੇ ਆ ਉਹਨੂੰ ਸਾਡੇ ਵਾਲੇ ਬਘਾਤੀ ਖੇਤੀ ਕਹਿੰਦੇ ਆ। ਸਾਡੇ ਵਾਲੇ ਕਹਿੰਦੇ ਆ ਜੀ ਬਘਾਤੀ ਖੇਤੀ ਆ, NCERT ਵਾਲੇ ਕਹਿੰਦੇ ਨਾ ਬਈ ਰੋਪਣ ਖੇਤੀ ਆ, ਠੀਕ ਆ। ਜਿਹੜੇ ਸਾਡੇ ਵਾਲੇ ਕਹਿੰਦੇ ਵੀ ਜਿਹੜੀ ਬਘਾਤੀ ਖੇਤੀ ਸੀ ਇਹ 19ਵੀਂ ਸਦੀ ਦੇ ਵਿੱਚ ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ। ਚਲੋ ਆਹ ਪੁਆਇੰਟ ਵੀ ਸਾਨੂੰ ਮਿਲ ਗਿਆ, ਵੈਰੀ ਗੁੱਡ ਗੱਲ ਆ, ਹਨਾ। ਪਰ NCERT ਵਾਲੇ ਆ ਜਿਹੜੀ ਕੋਈ ਵੀ ਚੀਜ਼ ਇੱਥੇ ਨਹੀਂ ਦਿੰਦੇ, ਹੁਣ ਅਸੀਂ ਕਿਹਨੂੰ ਸਹੀ ਮੰਨੀਏ? ਅਸੀਂ ਕਿਸੇ ਨੂੰ ਨਹੀਂ ਸਹੀ ਮੰਨਣਾ। ਅਸੀਂ ਤੇ PSTET ਕਲੀਅਰ ਕਰਨਾ ਵਾ ਤੇ ਅਸੀਂ ਕੀ ਕਰਨਾ ਵਾ, ਅਸੀਂ ਦੋਨਾਂ ਹੀ ਚੀਜ਼ਾਂ ਨੂੰ ਯਾਦ ਰੱਖਣਾ ਵਾ। ਸਾਡੇ ਵਾਲੇ ਕਹਿੰਦੇ ਵੀ 19ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਬਘਾਤੀ ਖੇਤੀ ਭਾਰਤ 'ਚ ਲਿਆਂਦੀ। ਕ੍ਰੋਸ ਕਿਉਂ ਲਾਉਣਾ? ਆਪਾਂ ਯਾਦ ਰੱਖਣਾ, ਟਿਕ ਲਾ ਲੈਂਦੇ ਆ। ਪਰ ਇਸੇ ਹੀ ਖੇਤੀ ਨੂੰ ਰੋਪਣ ਖੇਤੀ NCERT ਵਾਲੇ ਕਹਿੰਦੇ ਆ, ਪਰ ਇਹ ਸਾਨੂੰ ਏਦਾਂ ਦਾ ਕੁਝ ਨਹੀਂ ਦੱਸਦੇ। ਇਹ ਕਹਿੰਦੇ ਆ ਵੀ ਜਿਹੜੀ ਬਘਾਤੀ ਖੇਤੀ ਆ ਜਾਂ ਰੋਪਣ ਖੇਤੀ ਆ ਇਹ ਬ੍ਰਾਜ਼ੀਲ, ਭਾਰਤ ਤੇ ਸ਼੍ਰੀਲੰਕਾ, ਇਹਨਾਂ ਤਿੰਨਾਂ ਕੰਟਰੀਆਂ ਦੇ ਵਿੱਚ ਕੀਤੀ ਜਾਂਦੀ। ਬਾਗ ਲਗਾ ਦੋ ਜੀ, ਚਾਹ ਦੇ ਬਾਗ ਲਾ ਦੋ, ਕੇਲਿਆਂ ਦੇ ਬਾਗ ਲਾ ਦੋ, ਅਮਰੂਦਾਂ ਦੇ ਬਾਗ ਲਾ ਦੋ, ਏਦਾਂ ਕਰਕੇ ਜਿਹੜੇ ਬਾਗ ਬਣਾ ਕੇ ਖੇਤੀ ਕੀਤੀ ਜਾਂਦੀ ਆ ਉਹਨੂੰ ਬਘਾਤੀ ਖੇਤੀ, ਤੇ NCERT ਵਾਲੇ ਉਹਨੂੰ ਰੋਪਣ ਖੇਤੀ ਕਹਿੰਦੇ ਆ। ਤੇ NCERT ਵਾਲੇ ਕਹਿੰਦੇ ਬ੍ਰਾਜ਼ੀਲ, ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਕੀਤੀ ਜਾਂਦੀ ਆ। ਮਿਸ਼ਰਤ ਖੇਤੀ ਬਾਰੇ ਆਪਾਂ ਦੱਸਤਾ ਹੀ, ਸੇਮ ਹੀ ਆ, ਕੋਈ ਫਰਕ ਨਹੀਂ ਆ। NCERT ਵਾਲੇ ਵੀ ਮਿਸ਼ਰਤ ਖੇਤੀ ਬਾਰੇ ਸੇਮ ਹੀ ਦੱਸਦੇ ਆ, ਬਸ ਕੰਟਰੀਆਂ ਦੇ ਨਾਮ ਦੱਸਦੇ, ਉਹ ਮੈਂ ਤੁਹਾਨੂੰ ਪਹਿਲਾਂ ਹੀ ਕਰਵਾ ਗਈ ਆ। ਉਸ ਤੋਂ ਬਾਅਦ ਵਣਜੀਕਰਨ ਖੇਤੀ। ਵਣਜੀਕਰਨ ਖੇਤੀ ਉਹ ਖੇਤੀ ਜਿਹੜੀ ਕਿ ਇੱਕੋ ਤਰ੍ਹਾਂ ਦੀ ਖੇਤੀ, ਜਿੱਥੇ ਇੱਕੋ ਹੀ ਫਸਲ ਬੀਜੀ ਜਾ ਸਕਦੀ ਆ, ਹੋਰ ਕੋਈ ਫਸਲ ਨਹੀਂ ਬੀਜੀ ਜਾ ਸਕਦੀ। ਉੱਤਰੀ ਅਮਰੀਕਾ, ਯੂਰਪ, ਏਸ਼ੀਆ, ਇੱਥੇ ਜਿਹੜੀ ਆ ਇਹ ਵਾਲੀ ਖੇਤੀ ਕੀਤੀ ਜਾਂਦੀ ਆ ਵਣਜੀਕਰਨ ਖੇਤੀ। ਸ਼ੀਤ ਊਸ਼ਣ ਏਰੀਆ, ਠੀਕ ਆ। ਸ਼ੀਤ ਊਸ਼ਣ ਮੈਂ ਤੁਹਾਨੂੰ ਕਰਾਏ ਹੀ ਨਾ, ਵੀਡੀਓ ਦੇਖ ਕੇ ਆਇਓ ਉਹ ਵਾਲੀ, ਠੀਕ ਆ। ਸ਼ੀਤ ਊਸ਼ਣ, ਉਪ ਊਸ਼ਣ, ਊਸ਼ਣ ਕਟਿਬੰਧੀ, ਸ਼ੀਤ ਊਸ਼ਣ ਏਰੀਆ ਦੇ ਵਿੱਚ ਜਿੰਨੀਆਂ ਵੀ ਕੰਟਰੀਆਂ ਆਉਣਗੀਆਂ ਉੱਥੇ ਵਣਜੀਕਰਨ ਖੇਤੀ ਕੀਤੀ ਜਾਊਗੀ। ਬਹੁਤ ਹੀ ਜ਼ਿਆਦਾ ਵਿਰਲੀ ਆਬਾਦੀ ਹੋਊਗੀ ਤੇ ਇੱਕੋ ਤਰ੍ਹਾਂ ਦੀ ਫਸਲ ਇੱਥੇ ਬੀਜੀ ਜਾਊਗੀ, ਵਣਜੀਕਰਨ ਖੇਤੀ, ਠੀਕ ਆ। ਉਸ ਤੋਂ ਬਾਅਦ ਅੱਗੇ ਆ ਜਾਂਦੀ ਆ ਸਥਾਨਾਂਤਰੀ ਖੇਤੀ। ਸਥਾਨਾਂਤਰੀ ਖੇਤੀ ਬਾਰੇ ਮੈਂ ਤੁਹਾਨੂੰ ਦੱਸ ਹੀ ਗਈ ਆ ਪਹਿਲਾਂ ਹੀ ਉੱਪਰ ਵੀ, ਪਰ ਯਾਦ ਰੱਖਿਓ ਸਥਾਨਾਂਤਰੀ ਖੇਤੀ ਬਾਰੇ ਜਿਹੜਾ ਪੁਆਇੰਟ ਸਾਨੂੰ ਪੰਜਾਬ ਬੋਰਡ ਦੀ ਬੁੱਕ 'ਚ ਨਹੀਂ ਮਿਲਿਆ, ਊਸ਼ਣ ਕਟਿਬੰਧੀ ਵਾਲਾ ਜਿੰਨਾ ਏਰੀਆ ਵਾ ਇੱਥੇ ਸਾਨੂੰ ਸਥਾਨਾਂਤਰੀ, ਆਦਮ ਨਿਰਬਾਹ ਜਾਂ ਚਲਵਾਸੀ ਖੇਤੀ ਮਿਲਦੀ ਆ। ਸੋ ਇਹ ਕਨਸੈਪਟ ਖੇਤੀਬਾੜੀ ਦੀਆਂ ਕਿਸਮਾਂ ਵਾਲਾ ਇਹਨੂੰ ਆਪਾਂ ਫੜ ਕੇ ਪੂਰਾ ਉਧੇੜ ਦਿੱਤਾ। ਪਰ ਇੱਕ ਪੁਆਇੰਟ ਸਥਾਨਾਂਤਰੀ ਖੇਤੀ ਜਿਹੜੀ ਆ ਇਹ ਨਾ ਸਾਨੂੰ ਆਉਣੀ ਹੀ ਆਉਣੀ ਪੇਪਰ 'ਚ। ਪਤਾ ਕਿਉਂ? ਕਿਉਂਕਿ ਸਥਾਨਾਂਤਰੀ ਖੇਤੀ ਦੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਅਲੱਗ-ਅਲੱਗ ਨਾਮ ਆ। ਉਹ ਪੁਆਇੰਟ ਆਪਾਂ ਜ਼ਰੂਰ ਪੜ੍ਹਨਾ, ਠੀਕ ਹੈ, ਜਿਹੜਾ ਕਿ ਸਾਨੂੰ NCERT ਤੋਂ ਮਿਲਦਾ ਆ, ਠੀਕ ਹੈ। ਜਿਹੜੀ ਸਥਾਨਾਂਤਰੀ ਖੇਤੀ ਆ, ਸਥਾਨਾਂਤਰੀ ਖੇਤੀ ਜਿਹਨੂੰ NCERT ਦੇ ਵਿੱਚ ਆਦਮ ਨਿਰਬਾਹ ਖੇਤੀ ਵੀ ਕਿਹਾ ਗਿਆ ਵਾ, ਠੀਕ ਆ। ਆਦਮ ਨਿਰਬਾਹ ਖੇਤੀ ਵੀ ਕਿਹਾ ਗਿਆ ਵਾ, ਫਿਰ ਇਸੇ ਨੂੰ ਚਲਵਾਸੀ ਖੇਤੀ ਵੀ ਕਿਹਾ ਗਿਆ ਵਾ। ਵੀ ਇਹਦੇ ਇੰਨੇ ਸਾਰੇ ਨਾਮ ਆ, 3 ਨਾਂ ਤੇ ਸਾਡੇ ਭਾਰਤ ਵਿੱਚ ਹੀ ਹੋ ਗਏ ਅਲੱਗ-ਅਲੱਗ ਲੈਂਗੁਏਜ ਦੇ ਵਿੱਚ। ਫਿਰ ਸਾਨੂੰ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਇਹਦੇ ਅਲੱਗ-ਅਲੱਗ ਨਾਮ ਮਿਲਦੇ ਆ। ਉੱਤਰ ਪੂਰਬੀ ਭਾਰਤ, ਯਾਨੀ ਕਿ ਸਾਡੇ ਭਾਰਤ ਦਾ ਉੱਤਰ ਪੂਰਬੀ ਜਿਹੜਾ ਹਿੱਸਾ ਵਾ ਉੱਥੇ
ਸਥਾਨੰਤਰੀ ਖੇਤੀ ਨੂੰ ਝੂਮਿੰਗ ਖੇਤੀ ਕਹਿੰਦੇ ਆ। ਆਇਆ ਸੀ, ਵੇਖੋ ਸਾਨੂੰ ਝੂਮਿੰਗ ਕੁਐਸਚਨ ਜਿਹੜਾ ਪੁੱਛਿਆ ਜਾ ਚੁੱਕਿਆ ਵਾ, ਮੈਨੂੰ ਇਹ ਭੁੱਲ ਗਿਆ ਪਤਾ ਨਹੀਂ ਕਿਹੜੇ ਪੇਪਰ ਦੇ ਵਿੱਚ, ਸਾਡੇ ਪੀਐਸਟੈਟ ਦੇ ਪੇਪਰ ਸੈਕਿੰਡ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ। ਵੇਖੋ ਇਹਨਾਂ ਨੇ ਸਾਨੂੰ ਸਥਾਨੰਤਰੀ ਨਾਮ ਨਹੀਂ ਪੁੱਛਿਆ, ਚਲਵਾਸੀ ਨਾਮ ਨਹੀਂ ਪੁੱਛਿਆ, ਆਦਮ ਨਿਰਵਾਹ ਨਹੀਂ ਪੁੱਛਿਆ, ਝੂਮਿੰਗ ਖੇਤੀ ਨਾਮ ਵਰਤਿਆ ਸੀ ਇਹਨਾਂ ਨੇ। ਇਸੇ ਹੀ ਕਰਕੇ ਹੁਣ ਕੀਤਾ ਇੱਥੋਂ ਪੁੱਛ ਲੈਣ। ਫਿਰ ਇਸੇ ਹੀ ਖੇਤੀ ਨੂੰ ਮੈਕਸੀਕੋ ਦੇ ਵਿੱਚ ਮਿਲਪਾ ਕਹਿੰਦੇ ਆ, ਮਿਲਪਾ। ਬ੍ਰਾਜ਼ੀਲ ਦੇ ਵਿੱਚ ਰੋਕਾ ਕਹਿੰਦੇ, ਰੋਕਾ, ਠੀਕ ਆ। ਤੇ ਮਲੇਸ਼ੀਆ ਦੇ ਵਿੱਚ ਲਦਾਂਗ। ਯਾਦ ਰੱਖਿਓ ਇਹ ਪੁਆਇੰਟ, ਠੀਕ ਆ। ਮੈਕਸੀਕੋ ਦੇ ਵਿੱਚ ਮਿਲਪਾ, ਬ੍ਰਾਜ਼ੀਲ ਦੇ ਵਿੱਚ ਰੋਕਾ, ਠੀਕ ਆ, ਮਲੇਸ਼ੀਆ ਦੇ ਵਿੱਚ ਲਦਾਂਗ। ਇਹ ਸਾਰੇ ਹੀ ਨਾਮ ਸਥਾਨੰਤਰੀ ਖੇਤੀ ਦੇ ਆ, ਠੀਕ ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ, ਠੀਕ ਆ। ਹੁਣ ਜਿਹੜਾ ਅਗਲਾ ਪੁਆਇੰਟ ਆ, ਹੋਏ ਤੇ ਹੋ ਗਈਆਂ ਸਾਡੀਆਂ ਖੇਤੀਬਾੜੀ ਦੀਆਂ ਕਿਸਮਾਂ। ਦੇੜ ਦਿੱਤੇ ਪੁਆਇੰਟ ਫੜ ਕੇ ਕਰੀ, ਪੰਜਾਬ ਬੋਰਡ ਤੋਂ ਵੀ ਤੇ NCERT ਤੋਂ ਵੀ ਆਪਾਂ ਛੱਡਿਆ ਹੀ ਕੁਝ ਨਹੀਂ। ਪਰ ਅਜੇ ਸਾਡਾ ਚੈਪਟਰ ਖਤਮ ਨਹੀਂ ਹੁੰਦਾ, ਕਿਉਂਕਿ ਅਜੇ ਤੇ ਸਿਰਫ ਅਸੀਂ ਖੇਤੀਬਾੜੀ ਦੀਆਂ ਕਿਸਮਾਂ ਹੀ ਕੀਤੀਆਂ ਵਾ। ਤੇ ਪਰ ਅਗਲੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵੱਖ-ਵੱਖ ਪ੍ਰਕਾਰ ਦੀਆਂ ਫਸਲਾਂ। ਇਹਦੋਂ ਅਗਲੀ ਕਲਾਸ ਤੇ ਹੋਰ ਵੀ ਘੈਂਟ ਹੋਣ ਵਾਲੀ ਆ, ਠੀਕ ਆ। ਤੇ ਇਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਲਈ ਇੱਕ, ਕਿਉਂਕਿ ਤੁਸੀਂ ਕਰਦੇ ਨਹੀਂ ਕਮੈਂਟ, ਤੇ ਤੁਸੀਂ ਕਰਨਾ ਵਾ ਕਮੈਂਟ, ਤੇ ਕਮੈਂਟ ਕਰਕੇ ਮੈਨੂੰ ਦੱਸਣਾ ਵਾ ਵੀ ਜੈਵਿਕ ਖੇਤੀ ਕੀ ਆ, ਠੀਕ ਹੈ। ਕਮੈਂਟ ਕਰਿਓ ਜੈਵਿਕ ਖੇਤੀ ਕੀ ਆ, ਕਿਉਂਕਿ ਮੈਂ ਤੁਹਾਨੂੰ 14 ਤੋਂ ਲਗਭਗ 20 ਕਿਸਮਾਂ ਕਰਾਤੀਆਂ, 15-20 ਕਿਸਮਾਂ ਤੁਹਾਨੂੰ ਖੇਤੀ ਦੀਆਂ ਕਰਵਾਤੀਆਂ। ਪਰ ਜੈਵਿਕ ਖੇਤੀ ਬਾਰੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵਾ ਵੀ ਜੈਵਿਕ ਖੇਤੀ ਦੇ ਵਿੱਚ, ਚਲੋ ਇੰਨਾ ਦੱਸ ਦਿਓ ਵੀ ਜੈਵਿਕ ਖੇਤੀ ਦੇ ਵਿੱਚ ਕਿਹੜੀਆਂ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਵਾ, ਕਮੈਂਟ ਕਰਕੇ ਦੱਸਿਓ। ਤੇ ਅਜੇ ਆਪਣਾ ਤੀਜਾ ਚੈਪਟਰ ਖਤਮ ਨਹੀਂ ਹੁੰਦਾ 8ਵੀਂ ਕਲਾਸ ਦੀ NCERT ਦਾ, 8ਵੀਂ ਕਲਾਸ ਦੀ NCERT ਤੇ 8ਵੀਂ ਹੀ ਕਲਾਸ ਦੀ ਪੰਜਾਬ ਬੋਰਡ ਚੱਲਦਾ ਪਿਆ ਪੂਰਾ ਐਨਾਲਿਸਿਸ ਦੋਨਾਂ ਹੀ ਬੋਰਡ ਦਾ, ਠੀਕ ਆ। ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸਾਰਿਆਂ ਨੂੰ ਸੱਦਾ ਪੱਤਰ ਦੇ ਕੇ ਸੱਦ ਲਿਆਓ ਵੀ ਇਸ ਚੈਨਲ ਤੇ ਆ ਜਾਓ। ਇੱਥੇ ਬਹੁਤ ਹੀ ਘੈਂਟ ਤਰੀਕੇ ਦੇ ਨਾਲ SST ਚੱਲਦੀ ਪਈ ਆ, ਤੁਹਾਡੇ ਸਾਰੇ ਸ਼ੱਕ ਸ਼ੰਕੇ ਦੂਰ ਹੁੰਦੇ ਜਾ ਰਹੇ ਆ। ਅੱਜ ਤੱਕ ਤੁਸੀਂ ਇਹੋ ਸੋਚਦੇ ਆਏ ਹੋ ਵੀ NCERT ਪੜ੍ਹੀਏ ਕਿ ਪੰਜਾਬ ਬੋਰਡ ਪੜ੍ਹੀਏ, ਹਾਏ ਕੀ ਕਰੀਏ, ਹਾਏ ਜੇ NCERT ਨੂੰ ਪੜ੍ਹਨ ਲੱਗੇ, ਜੇ ਪੰਜਾਬ ਬੋਰਡ ਨੂੰ ਇਗਨੋਰ ਕਰਤਾ, ਜੇ ਕਿਤੇ ਐਰਕੀ ਪੰਜਾਬ ਬੋਰਡ ਤੋਂ ਪੇਪਰ ਆ ਗਿਆ, ਹਾਏ ਫਿਰ ਅਸੀਂ ਕੀ ਕਰਾਂਗੇ। ਪਰ ਇੱਥੇ ਤੁਹਾਡੀਆਂ ਸਾਰੀਆਂ ਹੀ ਟੈਨਸ਼ਨਾਂ ਦੂਰ ਆ, ਕਿਉਂਕਿ ਨਾ ਤਾਂ ਆਪਾਂ ਇਗਨੋਰ ਪੰਜਾਬ ਬੋਰਡ ਨੂੰ ਕਰ ਰਹੇ ਹਾਂ ਤੇ ਨਾ ਹੀ NCERT ਨੂੰ ਕਰ ਰਹੇ ਹਾਂ, ਆਪਾਂ ਦੋਨਾਂ ਦਾ ਹੀ ਐਨਾਲਿਸਿਸ ਕਰ ਰਹੇ ਹਾਂ। ਤਾਂ ਸਾਰੇ ਆਪਦੇ ਦੋਸਤ ਮਿੱਤਰਾਂ ਨੂੰ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਜੇ ਕੋਈ PSTET ਦੀ ਤਿਆਰੀ ਕਰਦਾ ਵਾ ਸੋ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ, ਚੈਨਲ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦਾ ਹੀ ਭਲਾ ਹੋ ਸਕੇ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕਿ ਅਲੱਗ-ਅਲੱਗ ਪ੍ਰਕਾਰ ਦੀਆਂ ਫਸਲਾਂ, ਪਹਿਲਾਂ ਆਪਾਂ ਕਿਸਮਾਂ ਕੀਤੀਆਂ, ਅਗਲੀ ਵੀਡੀਓ ਦੇ ਵਿੱਚ ਆਪਾਂ ਫਸਲਾਂ ਦੇ ਬਾਰੇ ਗੱਲ ਕਰਨੀ ਆ। ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਕਰਾਂਗੇ ਆਪਾਂ ਇਸ ਤੋਂ ਵੀ ਹੋਰ ਘੈਂਟ ਤਰੀਕੇ ਦੇ ਨਾਲ ਇਸੇ ਹੀ ਚੈਪਟਰ ਨੂੰ ਬਹੁਤ ਹੀ ਬਰੀਕੀ ਦੇ ਨਾਲ ਪੂਰਾ ਐਨਾਲਿਸਿਸ ਕਰਕੇ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਤੇ ਜੈਵਿਕ ਖੇਤੀ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਜੈਵਿਕ ਖੇਤੀ ਦੇ ਵਿੱਚ ਕਿਹੜੀਆਂ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਵਾ। ਸੋ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਨਾ, ਜੇ 60 ਤੋਂ ਲਾਈਕ ਟੱਪ ਗਏ ਤੇ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਮਿਲੂਗੀ। 60 ਤੋਂ ਕੀ ਮੈਂ 60 ਐਕਸੈਪਟ ਕਰਦੀ ਆ ਤੇ ਤੁਸੀਂ 100 ਤੋਂ ਵੀ ਟਪਾ ਸਕਦੇ ਹੋ, ਇਹ ਤੁਹਾਡੇ ਤੇ ਡਿਪੈਂਡ ਆ। ਜੇ ਕੰਟੈਂਟ ਵਧੀਆ ਲੱਗਦਾ ਤਾਂ, ਮੈਂ ਜ਼ਬਰਦਸਤੀ ਨਹੀਂ ਕਹਿੰਦੀ ਵੀ ਲਾਈਕ ਕਰੋ ਹੀ ਕਰੋ, ਠੀਕ ਆ। ਤੇ ਚਲੋ ਬਹੁਤ ਹੋ ਗਈਆਂ ਗੱਲਾਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਕਰਾਂਗੇ ਅਲੱਗ-ਅਲੱਗ ਫਸਲਾਂ ਦੇ ਬਾਰੇ, ਜਿਹੜਾ ਕਿ ਬਹੁਤ ਇੰਪੋਰਟੈਂਟ ਪੁਆਇੰਟ ਹੋਊਗਾ ਅਗਲਾ ਵੀ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।